मार्गदर्शन करती है। महादिवस मूर्त भले जिसको नजर करे, नानक मंगे दर्शदान कृपा करो है। वाहिगुरू जी दे बनाए हरेक दिन ही वधिया है, हरेक मोमेंट ही वधिया है, सानू पछाणना आना चाहिए। परंतु कई बातों विच दिनां दे वाधे घाटे और दिनां नूं किसी नूं ज़्यादा वधिया, किसी नूं थोड़ा घट वधिया करके ये गल्लां कीतियां जांदियां, क्योंकि हरेक मनुख ते उसदे आले दुआले दा प्रभाव हुंदा है। तो गुरु साहब जी ने सानू सही रस्ता दस्सण लई कि कोई दिन माड़ा कोई दिन चंगा नहीं है, सारे दिन ही चंगे ने, कंपेयर नहीं करना है। तो ਉਹਦੇ ਗੁਰਬਾਣੀ ਵਿੱਚ ਸਾਨੂੰ ਵੱਖ-ਵੱਖ ਥਾਂ ਤੇ ਐਸੇ ਗਿਆਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਤੋ ਕਬੀਰ ਸਾਹਿਬ ਜੀ ਨੇ ਵੀ ਇੱਕ ਪੂਰੀ ਬਾਣੀ ਜਿਹੜੀ ਹੈ, ਜਿਹੜੀ ਆਪਾਂ ਅੱਜ ਕੱਲ੍ਹ ਵਿਚਾਰ ਕਰ ਰਹੇ ਹਾਂ, ਜਿਹੜੀ ਥਿੱਤੀ ਗੌੜੀ ਰਾਗ ਵਿੱਚ, ਉਹਦੇ ਵਿੱਚ ਕਬੀਰ ਸਾਹਿਬ ਜੀ ਨੇ ਦੱਸਿਆ ਕਿ ਲੋਕੀ ਤਾਂ ਕਿਸ ਤਰ੍ਹਾਂ ਕਹਿੰਦੇ ਨੇ ਵੀ ਪਹਿਲੀ ਥਿੱਤ ਨੂੰ ਕੀ ਹੁੰਦਾ ਹੈ, ਦੂਜੀ ਨੂੰ ਕੀ, ਤੀਜੀ ਨੂੰ ਕੀ ਹੈ, ਪਰ ਗੁਰਬਾਣੀ ਦੀ ਲਾਈਟ ਵਿੱਚ ਅਸਲ ਵਿੱਚ ਕੀ ਹੈ, ਉਹ ਕਬੀਰ ਸਾਹਿਬ ਜੀ ਨੇ ਇਸ ਬਾਣੀ ਵਿੱਚ ਬੜਾ ਖੋਲ ਕੇ ਸਾਨੂੰ ਦੱਸਿਆ। ਜਿਹਦੇ 11 ਬੰਦ ਪਹਿਲਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਨੂੰ ਇੱਕ ਇੱਕ ਤੁਕ ਔਰ ਇੱਕ ਇੱਕ ਅੱਖਰ ਜਿਹੜਾ ਉਹਦੀ ਵਿਚਾਰ ਕਰਕੇ ਸਾਨੂੰ ਦੱਸ ਚੁੱਕੇ ਨੇ। ਅੱਜ ਆਪਾਂ 12 ਤੋਂ ਸ਼ੁਰੂ ਹੋਣਾ, तो ਗਿਆਨੀ ਜੀ ਸਾਡੇ ਵਿੱਚ ਆ ਚੁੱਕੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਵੀ ਕਿਰਪਾ ਕਰੋ ਤੇ ਇਸ ਨੂੰ ਅੱਗੇ ਜਾਰੀ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सिख मिशनरी कॉलेज के चेयरमैन सत्कारयोग सरदार हरजीत सिंह जी ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਦੀਆਂ ਹਾਜ਼ਰ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਥਿੱਤਿੰਗ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਹੈ ਉਹਦਾ ਨਾਮ ਥਿੱਤੀ ਹੈ, ਔਰ ਭਗਤ ਕਬੀਰ ਜੀ ਦੀ ਬਾਣੀ ਦੇ ਇਸ ਨਾਮ ਦੇ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਇਹਦੇ ਨਾਲ ਟਿੱਪੀ ਲੱਗੀ ਹੋਈ ਹੈ ਅਖੀਰ ਤੇ ਇਸ ਬਾਣੀ ਦੇ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਪਹਿਲੇ 11 ਪਦਿਆਂ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। 12ਵੇਂ ਪਦੇ ਤੋਂ ਅਸੀਂ ਵਿਚਾਰ ਅੱਜ ਆਰੰਭ ਕਰਨੀ ਹੈ। 11ਵੇਂ ਪਦੇ ਦੇ ਵਿੱਚ ਭਗਤ ਕਬੀਰ ਜੀ ਨੇ ਦਸਵੀਂ ਦੀ ਗੱਲ ਕੀਤੀ ਸੀ ਕਿ ਮੱਸਿਆ ਤੋਂ ਅੱਗੇ 10ਵਾਂ ਦਿਨ, ਜਿਹਨੂੰ ਦਸਵੀਂ ਕਿਹਾ ਜਾਂਦਾ ਹੈ, ਉਸ ਦਸਵੀਂ ਨੂੰ ਲੋਕ ਖੀਰਾਂ ਬਣਾਉਂਦੇ ਨੇ, ਵਰਤ ਵੀ ਰੱਖਦੇ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੀ ਪੂਜਾ ਅਰਚਨਾ ਕਰਦੇ ਨੇ। ਭਗਤ ਜੀ ਆਖਦੇ ਨੇ ਜੇ ਦਸਵੀਂ ਨੂੰ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਪ੍ਰਭੂ 10 ਦਿਸ਼ਾਵਾਂ ਵਿੱਚ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਆਨੰਦ 10 ਦਿਸ਼ਾਵਾਂ ਤੋਂ ਆ ਜਾਏਗਾ। ਜਦੋਂ ਸਮਝ ਪੈ ਜਾਏਗੀ ਕਿ ਪ੍ਰਭੂ ਤੇ 10 ਦਿਸ਼ਾਵਾਂ ਵਿੱਚ ਹੀ ਹੈ, ਹਰ ਥਾਂ ਤੇ ਹੈ। ਜੇ ਪ੍ਰਭੂ ਹਰ ਥਾਂ ਤੇ ਹੈ, 10 ਦਿਸ਼ਾਵਾਂ ਵਿੱਚ ਹੈ, ਤੇ ਤੁਹਾਡੀ ਜ਼ਿੰਦਗੀ ਵਿੱਚ 10 ਦਿਸ਼ਾਵਾਂ ਤੋਂ ਹੀ ਆਨੰਦ ਪੈਦਾ ਹੋਏਗਾ। ਭਾਵ ਚਾਰੇ 10 ਦਿਸ਼ਾਵਾਂ ਵਿੱਚ ਆਨੰਦ ਦਾ ਮੂਲ ਪ੍ਰਭੂ, ਜਿਹਦੇ ਨਾਲ ਤੁਹਾਡੀ ਸਾਂਝ ਪੈ ਜਾਏਗੀ ਤੇ ਉਹਦੇ ਨਾਲ ਜੁੜ ਕੇ ਤੁਹਾਡੀ ਜ਼ਿੰਦਗੀ 'ਚ ਆਨੰਦ ਬਣਿਆ ਰਹੇਗਾ। ਤੁਹਾਡਾ ਭੁਲੇਖਾ ਖਤਮ ਹੋ ਜਾਏਗਾ, ਸਾਰੇ ਭਰਮ ਮੁੱਕ ਜਾਣਗੇ ਤੇ ਗੋਬਿੰਦ ਪ੍ਰਭੂ ਮਿਲ ਜਾਏਗਾ। 10ਵੀਂ ਦਹਿਦਿਸ਼ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ, ਜੋਤ ਸਰੂਪੀ ਤਤ ਅਨੂਪ। ਉਹ ਪ੍ਰਭੂ ਜਿਹੜਾ ਨਿਰਾ ਨੂਰ ਦਾ ਰੂਪ ਹੈ, ਪ੍ਰਕਾਸ਼ ਰੂਪ ਹੈ, ਗਿਆਨ ਦਾ ਪ੍ਰਕਾਸ਼, ਜੀਵਨ ਦਾ ਪ੍ਰਕਾਸ਼, ਤਤ ਦਾ ਪ੍ਰਕਾਸ਼, ਜਿਹੜਾ ਪ੍ਰਭੂ ਸੱਤਾ ਦਾ ਪ੍ਰਕਾਸ਼, ਚੇਤਨਾ ਦਾ ਪ੍ਰਕਾਸ਼, ਹਰ ਸਰੂਪ ਦਾ ਉਹ ਪ੍ਰਕਾਸ਼ ਹੈ। ਤਤ ਜਿਹੜਾ ਸਾਰੇ ਜਗਤ ਦਾ ਮੁੱਢ ਹੈ, ਅਨੂਪ, ਅਨ ਪਲਸ ਊਪ, ਉਪਮਾ ਤੋਂ ਜਿਹੜਾ ਰਹਿਤ ਹੈ, ਜਿਹਦੀ ਉਪਮਾ ਕੀਤੀ ਨਹੀਂ ਜਾ ਸਕਦੀ। ਐਸੇ ਪ੍ਰਭੂ ਨਾਲ ਸਾਂਝ ਬਣ ਜਾਏਗੀ। ਅਮਲ ਨਾ ਮਲ, ਛਾਹ ਨਹੀਂ ਧੂਪ। ਫਿਰ ਐਸੇ ਪ੍ਰਭੂ ਨਾਲ ਜੁੜ ਕੇ, ਉਹ ਪ੍ਰਭੂ ਜਿਹਦੇ ਵਿੱਚ ਕੋਈ ਵਿਕਾਰਾਂ ਦੀ ਮੈਲ ਨਹੀਂ ਹੈ, ਉਹ ਮੈਲ ਤੋਂ ਰਹਿਤ ਹੈ। ਛਾਹ ਮੇਰੇ ਅਗਿਆਨਤਾ ਦਾ ਜਿੱਥੇ ਹਨੇਰਾ ਨਹੀਂ, ਧੂਪ ਜਿੱਥੇ ਵਿਕਾਰਾਂ ਦੀ ਅੱਗ ਨਹੀਂ ਹੈ। ਭਾਵ ਉਸ ਅਵਸਥਾ ਵਿੱਚ ਜੀਵ ਜਿਹੜਾ ਉਹ ਆਪ ਪਹੁੰਚ ਜਾਂਦਾ ਹੈ ਐਸੇ ਪ੍ਰਭੂ ਦੇ ਨਾਲ ਜੁੜ ਕੇ। ਇਸ ਤੋਂ ਅੱਗੇ ਹੁਣ ਭਗਤ ਜੀ ਫਿਰ ਇਸ ਜੀਵਨ ਦੀ ਗੱਲ ਕਰ ਰਹੇ ਨੇ, ਕਿਉਂਕਿ ਪਿੱਛੇ ਵੀ ਸਰੀਰ ਨਾਲ ਸੰਬੰਧਿਤ ਬਹੁਤ ਸਾਰੇ ਸ਼ਬਦ ਚੱਲਦੇ ਆ ਰਹੇ ਨੇ। ਅਸ਼ਟਮੀ ਅਸ਼ਟਧਾਤ ਕੀ ਕਾਇਆ, ਤਾ ਮੈਂ ਅਕੁਲ ਮਹਾਦੇਵ ਨਿਦਰ ਆਇਆ, ਔਰ ਇਸ ਸਰੀਰ ਦੀ ਗੱਲ ਚੱਲ ਰਹੀ ਹੈ। ਇਸ ਸਰੀਰ ਨੂੰ ਹੀ ਕਹਿ ਦਿੱਤਾ
ਕਿ ਇਸ ਸਰੀਰ ਦੇ ਵਿੱਚ ਹੀ ਉਹ ਪ੍ਰਭੂ ਜਿਹੜਾ ਉਹ ਸਮਾਇਆ ਹੋਇਆ ਹੈ। ਅੱਗੋਂ ਫਿਰ ਉਸ ਸਰੀਰ ਦੀ ਗੱਲ ਚੱਲ ਰਹੀ ਹੈ। एकादशी एक दिस धावै। एकादशी, एकादशी का भाव 1+10 मस्या तो 11वां दिन, जिन्हों एकादशी कहा जाता है। एकादशी एक दिश धावै, एक दिशा दे विच, एक पासे विच धावै मैंने दौड़ना, दौड़दा है, जांदा है। हुण मनुख दा जिहड़ा मन है वो एक दिशा वाल जांदा है, मनुख एक दिशा वाल जांदा है। अज तक वो 10 दिशावां च भटकदा रहा प्रभु नूं पाण वास्ते। हर मनुख सोचदा कि रब जिहड़ा है किते जंगल च होएगा, पहाड़ां च होएगा, जां पतालां दे विच होएगा, किते होएगा, जां आसमानां च होएगा। मनुख ने 10 दिशावां तक दौड़ भज कीती उस प्रभु नूं पाण वास्ते, पर एक दिशा रह गई जिहदे विच जाना सी। उस एक दिशा विच नहीं गया, उस ये अपने अंदर उतरना। अपने अंदर नहीं उतरिया, भाव अपने अंदर नूं पछाणिया नहीं कि मैं कौन हाँ, मेरा मूल की है। जिन्हों गुरु जी बाणी च आखदे ने, मन तू जोत स्वरूप है, अपना मूल पछाण। तो अपना मूल देख तू की है, अपने मूल की पछाण कर। हुण उस एक दिशा वाल कदी गया नहीं, पर भगत जी आखते ने जे 10 दिशावां नूं छड्ड के 11वीं दिशा च चला जाए तो तैनूं रब मिल जाए। और वो 11वीं दिशा है मनुख दे अंदर, 10 दिशावां बाहर ने। असीं पिछले हफ्ते विचार कीती सी 10 दिशावां दी, पूर्व पश्चिम उत्तर ते दक्षिण, ये 4 दिशावां ते 4 दिशावां दे जिहड़े 4 कॉर्नर ने, ਉਹਦੇ 4 नुकरां ने, 4 कोने, ਉਹਨਾਂ ਦੀ बकायदा नाम ने। अग्नि कोण, वायवी कोण, ईशान कोण, नैऋति कोण। ये 8 दिशावां हो गईयां, जिन्हों असीं कह दईए साउथ ईस्ट, साउथ वैस्ट। एदा 8 दिशावां ये हो गईयां। एक ऊपर है दिशा, एक थल्ले है दिशा, ऊपर ते थल्ले मिला के ये 10 दिशावां हो गईयां। 10 दिशावां दे विच मनुख ने दौड़ भज कीती, रब नूं पा ना सकिया। पर भगत जी कहंदे ने जे किते एक दिशा वाल ये दौड़ जांदा, एक दिशा वाल आ जांदा, फिर इहदी जिंदगी चों सारे संकट मुक जाने सी। वो दिशा सी अपने अंदर उतर जांदा, इहदा मनुखा जन्म सफल हो जाना सी। एकादशी एक दिश धावै, एक दिशा विच जावे। इहदी जिंदगी दा निशाना एक होना चाहिदा सी, एक प्रभु इहदी मंजिल होनी चाहिदी सी कि मैं एक तक पहुंचना है, एक रब नाल सांझ पानी है, एक निशाना होना चाहिदा सी। और जदों मनुख अपनी हिरदे दे विच उस प्रभु नूं खोजदा है, जिन्हों भगत जी ने अपनी बाणी च होर थां भी कहा, बंदे खोज दिल हर रोज, ना फिर परेशानी माहे, यह जो दुनिया सेहर मिला दस्तगीरी नाहे। कि जेकर अपने अंदर खोज लें, हे बंदे अपने अंदर उस प्रभु की पछाण कर लवें, फिर तेरी जिंदगी च कोई परेशानी रहेगी नहीं। जिंदगी दियां तेरी जिहड़ियां परेशानियां ने वो मुक जाणगियां, जिंदगी दे विचों परेशानियां खत्म हो जाणगियां जेकर तू अपने अंदर खोज लवें। और जिहड़ा मनुख अपने अंदर फिर खोज लैंदा है, भगत कबीर जी आखदे ने उहदी दिल दे विचों परेशानियां मुक जांदियां ने, वो फिर परेशानियां च पैंदा नहीं है। इत्थे भी उन्हां परेशानियां दी गल चल रही है। जिहड़ा मनुख एक दिशा विच अपने हिरदे च उतर के उस प्रभु नूं देख लैंदा है, वो मुड़ के फिर संकट च नहीं पैंदा। एकादशी एक दिश धावै, भाव मस्या तो 11वां दिन एकादशी। इत्थों एक गल सिख लै, एकादशी दा भाव तू एक दिशा वाल जा, एक दिश धावै कि एक दिशा वाल तू जाना चाहिए। तेरी मंजिल एक होनी चाहिए है। मनुख जिंदगी दे विच मंजिल ते कोई रखदा नहीं है, पर इस करके दिशा दिशावां च भटकदा फिरदा है। भटकदा वो है जिहदी जिंदगी दे विच निशाना कोई नहीं है, जिहदी जिंदगी दा कोई एम नहीं है, मनोरथ नहीं है। वो फिर 10 दिशावां च भटकदा है। कदी ये काम कर लैंदा है, इत्थों बोर हो जांदा है, छड्ड के दूजा काम करन लग जांदा है, उत्थों बोर हो जांदा है, छड्ड के तीजा काम करन लग जांदा है। मंजिल उहनूं किते नहीं मिलदी, कोई काम पूरा पैंदा ही नहीं। ये तो मानो इस तरह है जिवें किसी आदमी नूं प्यास लगे ते खड्डा खोदना शुरू कर दे कि मैं इत्थे खूह पटांगा, प्यास मेरी पानी कढांगा, पानी पी के प्यास बुझा लांगा। ते खड्डा खोददियां ये सोचन लग जाए भी सवेर तो शाम तक खड्डा खोद लिया, पानी तो निकलिया नहीं, शायद इत्थे पानी नहीं, मैं दूजी थां जाके खोज लवां। फिर दूजी थां जाके जमीन च दूजे दिन फिर एक होर खूह पटना शुरू कर दे,
ਸਾਰਾ ਦਿਨ ਖੂਬ ਪੜਦਾ ਰਵੇ ਤੇ ਕਵੇ ਮੈਂ ਥੱਕ ਗਿਆ, ਪਾਣੀ ਤੇ ਨਿਕਲਿਆ ਨਹੀਂ, ਹੁਣ ਤੀਜੀ ਥਾਂ ਚਲਾ ਜਾਵਾਂ, ਤੀਜੀ ਥਾਂ ਪੁੱਟਣ ਲੱਗ ਜਾਏ। ਐਸਾ ਮਨੁੱਖ ਜ਼ਿੰਦਗੀ 'ਚ ਕਦੇ ਵੀ ਖੂਹ ਪੱਟ ਕੇ ਵਿੱਚੋਂ ਪਾਣੀ ਨਹੀਂ ਪ੍ਰਗਟ ਕਰ ਸਕਦਾ। ਖੂਹ ਪੱਟਣ ਦੇ ਲਈ ਇੱਕ ਥਾਂ ਤੇ ਹੀ ਧਰਤੀ ਪੱਟਣੀ ਪੈਂਦੀ ਹੈ। ਏਦਾਂ ਹੀ ਮਨੁੱਖ ਰੱਬ ਦੀ ਖੋਜ ਲਈ ਵੀ ਥਾਂ ਥਾਂ ਗਿਆ, ਇੱਥੋਂ ਰੱਬ ਮਿਲ ਜਾਏ, ਨਹੀਂ ਮਿਲਿਆ ਉੱਥੋਂ ਮਿਲ ਜਾਏ, ਉਧਰੋਂ ਨਹੀਂ ਮਿਲਿਆ ਇੱਧਰੋਂ ਮਿਲ ਜਾਏ। ਜਾਂ ਜ਼ਿੰਦਗੀ ਵਿੱਚ ਮੈਂ ਆਹ ਕੰਮ ਕਰ ਲਵਾਂ, ਉਹ ਕੰਮ ਕੀਤਾ, ਅਜੇ ਕੰਮ ਪੂਰਾ ਕੀਤਾ ਨਹੀਂ, ਰਿਜ਼ਲਟ ਨਿਕਲਿਆ ਨਹੀਂ, ਛੱਡ ਦਿੱਤਾ, ਰਿਜ਼ਲਟ ਤੇ ਨਿਕਲ ਨਹੀਂ ਰਿਹਾ, ਚਲ ਦੂਜਾ ਕੰਮ ਕਰ ਲਵਾਂ, ਉਹ ਕੰਮ ਕਰਦਾ ਫਿਰ ਰਿਜ਼ਲਟ ਨਹੀਂ ਨਿਕਲਦਾ, ਫਿਰ ਮੈਂ ਤੀਜਾ ਕਰ ਲਵਾਂ। ਮਾਨੋ ਜਿਵੇਂ ਕੋਈ ਕਵੇ ਕਿ ਮੈਂ ਆਪਣੀ ਬੋਡੀ ਬਣਾਣੀ, ਮੈਂ ਜਿਮ ਜਾਇਆ ਕਰਾਂ, ਤੇ ਹਫਤਾ 10 ਦਿਨ ਜਾ ਕੇ ਕਵੇ ਅਜੇ ਤੱਕ ਤੇ ਡੋਲੇ ਬਣੇ ਨਹੀਂ, ਮੇਰੀ ਬੋਡੀ ਤੇ ਬਣੀ ਨਹੀਂ, ਛੱਡੋ ਪਰਾਂ, ਕੁਝ ਹੋਰ ਕੰਮ ਕਰ ਲਈਏ। ਏਦਾਂ ਹੀ ਮਨੁੱਖ ਰੱਬ ਦੀ ਖੋਜ ਲਈ ਥਾਂ ਥਾਂ ਭਟਕਦਾ ਰਿਹਾ, 10 ਦਿਸ਼ਾਵਾਂ 'ਚ ਭਟਕਦਾ ਰਿਹਾ, ਆਪਣੇ ਨਿਜ ਆਤਮੇ ਨੂੰ ਉਹਨੇ ਪਛਾਣਿਆ ਨਹੀਂ। ਆਪਣੇ ਆਪੇ ਨੂੰ ਪਛਾਣ ਲੈਂਦਾ ਨਾ, ਜਿਨੀ ਆਤਮ ਚੀਨਿਆ ਮੈਨੇ ਪਛਾਣ ਲੈਣਾ, ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਉਹੀ ਤੇ ਰੱਬ ਹੈ। ਆਤਮ ਨੂੰ ਪਛਾਣਨਾ ਹੀ ਪਰਮ ਆਤਮ ਹੈ, ਉਹੀ ਪ੍ਰਭੂ ਹੈ। ਆਤਮ ਹੀ ਅਸਲ 'ਚ ਪਰਮ ਆਤਮ ਹੈ, ਆਤਮ ਹੀ ਪ੍ਰਭੂ ਦਾ ਰੂਪ ਹੈ। ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਦੂਜੇ ਦੀ ਆਤਮਾ ਉਹ ਰੱਬ ਹੈ, ਤੀਜੇ ਦੀ ਆਤਮਾ ਰੱਬ ਹੈ। ਆਤਮਾ ਪ੍ਰਾਤਮਾ ਏਕੋ ਕਰੇ। ਮੇਰੀ ਆਤਮਾ ਪ੍ਰਾਤਮਾ ਮੈਨੇ ਦੂਜੇ ਦੀ ਆਤਮਾ, ਪਰਾਈ ਆਤਮਾ, ਇੱਕ ਰੱਬ ਹੀ ਤੇ ਹੈ। ਤੇ ਜਦੋਂ ਇਸ ਗੱਲ ਦੀ ਸਮਝ ਆ ਜਾਏਗੀ, ਅੰਤਰ ਕੀ ਦੁਬਦਾ ਅੰਤਰ ਮਰੇ, ਅੰਦਰ ਦਾ ਦੁਚਿੱਤਾਪਨ ਅੰਦਰ ਹੀ ਖਤਮ ਹੋ ਜਾਏਗਾ। ਇਹ ਬੜੀ ਹੈਰਾਨੀ ਵਾਲੀ ਕਥਾ ਹੈ ਕਿ ਦੂਜੇ ਦੀ ਆਤਮਾ 'ਚ ਰੱਬ ਹੈ। ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਦਾ ਰੂਪ। ਪ੍ਰਾਤਮਾ ਮੈਨੇ ਪਰਾਈ ਆਤਮਾ, ਜਿਹੜੀ ਦੂਜੀ ਆਤਮਾ ਜਿਹਨੂੰ ਕਹਿੰਦਾ ਹੈ ਇਹ ਮੇਰੀ ਮਾਂ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਦੁਸ਼ਮਣ ਹੈ, ਉਹ ਰੱਬ ਹੀ ਤੇ ਹਨ ਸਾਰੇ। ਪ੍ਰਾਤਮਾ ਪਾਰ ਬ੍ਰਹਮ ਦਾ ਰੂਪ। ਜਦੋਂ ਨਿਜ ਦੇ ਦਿਸ਼ਾ ਵਿੱਚ ਕੋਈ ਉਤਰਦਾ ਹੈ, ਇਕਾਦਸ਼ੀ ਏਕ ਦਿਸ਼ ਧਾਵੈ, ਜਦੋਂ ਇੱਕ ਰੱਬ ਇਹਦਾ ਨਿਸ਼ਾਨਾ ਬਣ ਜਾਂਦਾ ਹੈ, ਇੱਕ ਰੱਬ ਵਾਲੇ ਪਾਸੇ ਤੁਰ ਪੈਂਦਾ ਹੈ, ਜਦੋਂ ਇਹਦੀ ਜ਼ਿੰਦਗੀ ਦਾ ਨਿਸ਼ਾਨਾ ਇੱਕ ਹੋ ਜਾਂਦਾ ਹੈ, ਇਹਦੇ ਨਾਲ ਸਾਨੂੰ ਜ਼ਿੰਦਗੀ ਵਿੱਚ ਵੀ ਇੱਕ ਗੱਲ ਸਮਝ ਆਉਂਦੀ ਹੈ ਕਿ ਜ਼ਿੰਦਗੀ 'ਚ ਸਫਲ ਹੋਣਾ, ਨਿਸ਼ਾਨਾ ਇੱਕ ਹੋਣਾ ਚਾਹੀਦਾ। ਨਿਸ਼ਾਨੇ 2 ਨਹੀਂ ਹੋਣੇ ਚਾਹੀਦੇ, 4 ਨਹੀਂ ਹੋਣੇ ਚਾਹੀਦੇ। ਮਨ ਨੂੰ ਹੱਥ ਵਿੱਚ ਤੀਰ ਕਮਾਨ ਫੜਿਆ ਹੋਇਆ ਹੈ ਤੇ ਸਾਹਮਣੇ ਨਿਸ਼ਾਨਾ ਲਗਾਣੇ, ਨਿਸ਼ਾਨੇ ਹੋਣ ਸਾਹਮਣੇ 2, ਇੱਕ ਤੀਰ ਦੋਨਾਂ ਪਾਸੇ ਨਹੀਂ ਜਾ ਕੇ ਲੱਗੇਗਾ, ਇੱਕ ਪਾਸੇ ਲੱਗੇਗਾ। ਇਸ ਕਰਕੇ ਇੱਕ ਪਾਸੇ ਹੀ ਨਿਸ਼ਾਨਾ ਸਿੱਧਣਾ ਪਏਗਾ। ਹੱਥ 'ਚ ਬੰਦੂਕ ਫੜੀ ਹੋਵੇ ਤੇ ਸਾਹਮਣੇ 5 ਨਿਸ਼ਾਨੇ ਹੋਣ ਤੇ ਬੰਦੂਕ ਦੇ ਵਿੱਚ ਗੋਲੀ ਤੇ ਇੱਕੋ ਨਿਕਲੇਗੀ, ਇੱਕੋ ਨਿਸ਼ਾਨੇ ਤੇ ਜਾ ਕੇ ਲੱਗੇਗੀ। ਪਰ ਜਿਹੜਾ 5 ਨਿਸ਼ਾਨੇ ਸੋਚੀ ਬੈਠਾ ਹੈ, ਉਹਦੀ ਗੋਲੀ ਕਿਸੇ ਵੀ ਨਿਸ਼ਾਨੇ ਤੇ ਨਹੀਂ ਲੱਗੇਗੀ। ਇਸੇ ਤਰ੍ਹਾਂ ਜ਼ਿੰਦਗੀ 'ਚ ਕਿਸੇ ਚੀਜ਼ ਵਿੱਚ ਕਾਮਯਾਬ ਹੋਣਾ ਹੈ, ਨਿਸ਼ਾਨਾ ਇੱਕ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਮੈਂ ਉਦਾਹਰਨ ਦੇ ਤੌਰ ਤੇ ਕੋਈ ਕਵੇ ਕਿ ਮੈਂ ਕਥਾ ਵਿੱਚ ਵੀ ਮਾਸਟਰ ਹੋ ਜਾਵਾਂ, ਕੀਰਤਨ 'ਚ ਮੈਂ ਵੱਖਰਾ ਮਾਸਟਰ ਹੋ ਜਾਵਾਂ, ਸਾਇੰਸ ਦੇ ਵਿੱਚ ਮੈਂ ਵੱਖਰਾ ਮਾਸਟਰ ਹੋ ਜਾਵਾਂ, ਇੰਜੀਨੀਅਰਿੰਗ ਦੇ ਵਿੱਚ ਮੈਂ ਵੱਖਰਾ ਮਾਸਟਰ ਹੋ ਜਾਵਾਂ, ਮੈਡੀਕਲ ਸਾਇੰਸ 'ਚ ਵੱਖਰਾ ਹੋ ਜਾਵਾਂ, ਡਾਕਟਰ ਵੀ ਮੈਂ ਟੌਪ ਦਾ ਹੋਵਾਂ, ਵਕੀਲ ਵੀ ਟੌਪ ਦਾ ਹੋਵਾਂ, ਜੱਜ ਵੀ ਟੌਪ ਦਾ ਹੋਵਾਂ, ਮੈਂ ਡਰਾਈਵਰ ਵੀ ਟੌਪ ਦਾ ਹੋਵਾਂ, ਬਿਜ਼ਨਸਮੈਨ ਵੀ ਟੌਪ ਦਾ ਹੋਵਾਂ। ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਇੱਕ ਇੱਕ ਕਰਕੇ ਤੇ ਸਾਰੀਆਂ ਹੋ ਸਕਦੀਆਂ ਨੇ, ਪਰ ਇੱਕ ਟਾਈਮ ਦੇ ਵਿੱਚ ਇੱਕ ਚੀਜ਼ ਹੋਏਗੀ, 2, 10, 20 ਨਹੀਂ। ਨਿਸ਼ਾਨਾ ਇੱਕ ਤੇ ਹੋਣਾ ਚਾਹੀਦਾ ਹੈ। ਏਦਾਂ ਹੀ ਜ਼ਿੰਦਗੀ ਵਿੱਚ ਜੇ ਕੋਈ ਆਦਤ ਸੁਧਾਰਨੀ ਹੈ ਤੇ ਇਹ ਨਹੀਂ ਹੋ ਸਕਦਾ ਇੱਕੋ ਦਿਨ ਹੀ ਮੈਂ ਸਾਰੀਆਂ ਚੰਗੀਆਂ ਆਦਤਾਂ ਗ੍ਰਹਿਣ ਕਰਨੀਆਂ ਸ਼ੁਰੂ ਕਰ ਦਿਆਂ, ਬੁਰੀਆਂ ਛੱਡ ਦਿਆਂ। ਨਹੀਂ, ਇੱਕ ਇੱਕ ਆਦਤ ਨੂੰ ਸਮਾਂ ਦੇਣਾ ਪਏਗਾ, ਇੱਕ ਇੱਕ ਕੰਮ ਨੂੰ ਸਮਾਂ ਦੇਣਾ ਪਏਗਾ। ਘੱਟੋ ਘੱਟ ਇੱਕ ਇੱਕ ਆਦਤ ਨੂੰ ਇੱਕ ਇੱਕ ਮਹੀਨਾ ਦਿਓਗੇ, 30-30 ਦਿਨ ਇੱਕ ਆਦਤ ਪੱਕੀ ਕਰੋਗੇ ਤਾਂ ਪੱਕੀ ਹੋਏਗੀ। ਅਗਲੇ ਮਹੀਨੇ ਦੂਜੀ ਆਦਤ ਲੈ ਲਿਓ। ਸਾਰੇ ਕੰਮ ਸਟੈਪ ਬਾਈ ਸਟੈਪ ਹੋਣਗੇ। ਇੱਕੋ ਦਿਨ ਵਿੱਚ ਹੀ ਸਫਲਤਾ ਨਹੀਂ ਮਿਲਦੀ ਹੁੰਦੀ। ਹੌਲੀ ਹੌਲੀ ਇੱਕ ਕਰਮ ਦਾ ਅਭਿਆਸ ਕਰ ਕਰਕੇ ਫਿਰ ਜਾ ਕੇ ਸਫਲਤਾ ਮਿਲਦੀ ਹੈ। ਰਾਤੋਂ ਰਾਤ ਕਦੀ ਕੋਈ ਸਫਲ ਨਹੀਂ ਹੋਇਆ। ਲੋਕ ਕਹਿੰਦੇ ਨੇ ਪਹਾੜ ਤੇ ਪਹੁੰਚ ਗਿਆ। ਲੋਕਾਂ ਨੇ ਉਹਨੂੰ ਪਹਾੜ ਤੇ ਪਹੁੰਚਿਆ ਤੇ ਦੇਖਿਆ, ਪਰ ਕਿੰਨੇ ਦਿਨ ਉਹਨੇ ਪੱਥਰਾਂ ਨੂੰ ਪਿੱਛੇ ਕਰ ਕਰਕੇ ਸਫ਼ਰ ਕੀਤਾ, ਪੈਰਾਂ 'ਚ ਉਹਦੇ ਛਾਲੇ ਪੈ ਗਏ। ਉਹਦੇ ਪੈਰਾਂ ਦੇ ਛਾਲੇ ਕਿਸੇ ਨੇ ਨਹੀਂ ਦੇਖੇ ਕਿ ਉਹ ਇੱਕ ਦਿਨ 'ਚ ਪਹਾੜ 'ਚ ਨਹੀਂ ਚੜਿਆ, ਕਈ ਦਿਨ ਦਾ ਸਫ਼ਰ ਕਰ ਰਿਹਾ। ਕੋਈ ਇੱਕ ਦਿਨ 'ਚ ਸਫਲ ਨਹੀਂ ਹੋ ਜਾਂਦਾ ਕਿ ਰਾਤੋਂ ਰਾਤ ਇਹਦੇ ਮਿਊਜ਼ਿਕ ਨੇ ਧੁੰਮਾਂ ਪਾ ਦਿੱਤੀਆਂ, ਪਰ ਉਸ ਮਿਊਜ਼ਿਕ ਨੂੰ ਸਿੱਖਣ ਲਈ ਇਹਨੂੰ ਕਿੰਨੇ ਸਾਲ ਲੱਗੇ ਇਹ ਕੋਈ ਨਹੀਂ ਜਾਣਦਾ। ਇਸ ਕਰਕੇ ਹਰ ਚੀਜ਼ ਸਮਾਂ ਮੰਗਦੀ ਹੈ। ਜਿਸ ਚੀਜ਼ ਵਿੱਚ ਕਾਮਯਾਬ ਹੋਣਾ, ਉਸ ਚੀਜ਼ ਦਾ ਨਿਸ਼ਾਨਾ ਬਣਾ ਲਓ ਤੇ ਉੱਥੇ ਤੁਰਨਾ ਸ਼ੁਰੂ ਕਰ ਦਿਓ। ਇੱਕ ਟਾਈਮ ਤੇ ਇੱਕ ਚੀਜ਼ ਦਾ ਨਿਸ਼ਾਨਾ ਬਣਾ ਲਓ ਕਿ ਮੇਰੀ ਜ਼ਿੰਦਗੀ ਦਾ ਇਹ ਏਮ ਹੈ, ਮੇਰੀ ਮੰਜ਼ਿਲ ਇੱਥੇ ਪਹੁੰਚਣਾ ਹੈ। ਉੱਥੇ ਪਹੁੰਚ ਕੇ ਅਗਲਾ ਨਿਸ਼ਾਨਾ ਹੋਰ ਬਣਾ ਲਓ।
एक आदत के ऊपर महीना लगाओ, वो आदत पक जाएगी, फिर दूसरी आदत बदल लो। एक महीना ਉਹਨੂੰ लगाओ। जे ਅਸੀਂ हर रोज एक आदत पक्की करिए, एक महीने च एक आदत पक्की करिए, साल च ਅਸੀਂ 12 ਚੰਗੀਆਂ ਆਦਤਾਂ ਸਿੱਖ ਜਾਂਦੇ ਹਾਂ। एक महीना रोज प्रैक्टिस करिए कि सच बोलना है, तो एक महीने च सच बोलना सीख जावांगे। फिर अगले महीने शुरू करो कि क्रोध छड़ के मिठा बोलना है, एक महीना मिठा बोलने की प्रैक्टिस करो। फिर एक उस तो अगला एक महीना गुरबाणी याद करने की प्रैक्टिस कर लो। उस तो अगला एक महीना कोई होर चंगी आदत पा लो। एक कहावत है कि कदी भी 3-4 खरगोश इकट्ठे नहीं फड़े जा सकते, एक टाइम ते एक खरगोश पिछे दौड़ो ਤਾਂ ਫੜਿਆ ਜਾਏਗਾ। ਇੱਕ ਟਾਈਮ ਤੇ 3-4 ਖਰਗੋਸ਼ਾਂ ਪਿੱਛੇ ਦੌੜਾਂਗੇ, ਉਹ ਕਦੀ ਨਹੀਂ ਫੜੇ ਜਾਣਗੇ। ਇੱਕ ਟਾਈਮ ਤੇ ਸਿਰਫ ਇੱਕ ਖਰਗੋਸ਼ ਪਿੱਛੇ ਦੌੜੋ, ਬਾਕੀ ਖਰਗੋਸ਼ ਛੱਡ ਦਿਓ। ਇੱਕ ਫੜਿਆ ਜਾਏਗਾ, ਬਾਕੀ ਫਿਰ ਦੂਸਰੇ ਵਾਰ ਦੂਜੇ ਪਿੱਛੇ ਦੌੜ ਪਿਓ, ਕਿਉਂਕਿ ਇੱਕ ਪਿੱਛੇ ਦੌੜੋਗੇ ਉਹ ਥੱਕ ਜਾਏਗਾ, ਆਖਰ ਉਹ ਰੁਕ ਜਾਏਗਾ ਤੇ ਤੁਸੀਂ ਫੜ ਲਓਗੇ। ਇੱਕ ਟਾਈਮ ਤੇ ਇੱਕ ਆਦਸ਼ੀ ਇੱਕ ਦਿਸਤਾ ਹੈ, ਮੰਜ਼ਿਲ ਤੇ ਪਹੁੰਚਣਾ ਹੈ ਤੇ ਇਹ ਨਹੀਂ ਹੋ ਸਕਦਾ ਮੈਂ ਪੂਰਬ ਵੱਲ ਵੀ ਸਫ਼ਰ ਕਰਾਂ ਤੇ ਪੱਛਮ ਵੱਲ ਵੀ ਸਫ਼ਰ ਕਰਾਂ ਤੇ ਮੈਂ ਆਪਣੇ ਘਰ ਪਹੁੰਚ ਜਾਵਾਂ। नहीं, जिधर मेरा घर है सिर्फ उस दिशा वाली सफर करना पड़ेगा, जिहड़ी मेरी मंजिल है मैं उधर नूं जावां। यही कारण जदों द्रोणाचार्य ने पूछा सी अपने शिष्यां नूं कि तुसीं निशाना लगाना सीख रहे हो, सामने की नजर आ रहा है? किसी ने कहा सी मैनूं पहाड़ नजर आ रहा है, किसी ने कहा सी जंगल नजर आ रहा है, एक अर्जुन सी जिन्हें कहा सी मैनूं सिर्फ अख नजर आ रही चिड़ी दी। द्रोणाचार्य ने कहा सी निशाना सिर्फ तेरा ही लगेगा, क्योंकि तेरा निशाना एक है अख, जिहदा निशाना जंगल है वो किहड़े पेड़ ते तीर मारेगा, जिहदा निशाना पहाड़ है वो किहड़े पत्थर ते तीर मारेगा, जिहदा निशाना अख है सिर्फ निशाना उसे दा लगेगा। इस करके जे प्रभु की खोज करनी है, निशाना जिंदगी च एक होना चाहिए, एक प्रभु, कि मैं प्रभु तक पहुंचना है। धई प्राप्त मानुख दे हुरिया, गोबिंद मिलन की यह तेरी बरिया। वो एक दिशा बन जाए प्रभु, कि प्रभु की खोज अपने निज दे विच उतर के मैं उस प्रभु नूं खोजना है। जदों कोई अपने निज विच आत्म दे विच उतरदा है, अपनी आत्म नूं पछाणदा है, अपने आपे नूं पछाणदा है, उदों की हुंदा है? तो जोनी संकट बहुर ना आवे। फिर आ मनुखा जून का जिहड़ा संकट है ना, काम क्रोध लोभ मोह हंकार आसा तृष्णा, ये नेड़े नहीं आउंदे। चिंता फिक्र परेशानियां मुक जांदे ने। मैं तो स्पष्ट कर दियां कि दर्पण दे विच भावें इत्थे जूना की गल कीती गई, जन्म मरण की गल कीती गई, पर गल शरीर की इत्थे चल रही, इस करके जोनी मनुखा जोनी ज्यादा टुकदा है। हाँ, जे पशुओं दी जूनियां करनियां वो भी ठीक है, वो पशुओं वाली जूनियां दे संकट नहीं भोगदा। वो लोभ करके कुत्ते दी जून च नहीं जांदा, वो हंकार करके हाथी नहीं बनदा, वो जिउंदे जी जमीन जदाद ते कुंडली मार के सप नहीं बन के बैठदा, वो निंदिया चुगली दी गंदगी खा के सूर नहीं बनदा। ਉਹਦੀ ਜ਼ਿੰਦਗੀ ਇਹਨਾਂ ਪਸ਼ੂਆਂ ਦੀਆਂ ਬਿਰਤੀਆਂ ਚ ਉੱਚੀ ਉੱਠ ਜਾਂਦੀ ਹੈ। ਆਮ ਤੌਰ ਤੇ ਕੀ ਹੁੰਦਾ ਹੈ, ਕਰਤੂਤ ਪਸ਼ੂ ਕੀ, ਮਾਨਸ ਜਾਤ, ਸਰੀਰ ਮਨੁੱਖਾਂ ਵਾਲੇ, ਕੰਮ ਪਸ਼ੂਆਂ ਵਾਲੇ ਨੇ। ਪਰ ਜਦੋਂ ਗੁਰੂ ਦਾ ਗਿਆਨ ਮਿਲ ਜਾਂਦਾ ਹੈ, ਉਦੋਂ ਇਹ ਪਸ਼ੂ ਜੂਨੀਆਂ ਉਹਦੀਆਂ ਮੁੱਕ ਜਾਂਦੀਆਂ ਨੇ, ਇਹ ਪਸ਼ੂ ਜੂਨੀਆਂ ਦੇ ਸੰਕਟ ਖਤਮ ਹੋ ਜਾਂਦੇ ਨੇ। ਗੁਰਮੰਤਰ ਹਿਣਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ, ਸੂਕਰੈ ਕੂਕਰੈ ਗਰਦਬੈ, ਕੂਕਰੈ ਸੂਕਰੈ ਗਰਦਬੈ, ਕਾਕੈ ਸਰਪਨੈ ਤੁਲ ਖਲੈ। ਆ ਜਿਹੜੇ ਪਸ਼ੂ ਬਿਰਤੀਆਂ ਨੇ ਗੁਰੂ ਦੇ ਗਿਆਨ ਸਦਕਾ ਖਤਮ ਹੋ ਜਾਂਦੀਆਂ ਨੇ। ਤਾਂ ਜੋਨੀ ਸੰਕਟ ਬਹੁਰ ਨਾ ਆਵੇ। ਫਿਰ ਪਸ਼ੂਆਂ ਵਾਲੀਆਂ ਜੂਨਾਂ ਦੇ ਜਿਹੜੇ ਸੰਕਟ ਨੇ, ਵਿਕਾਰ, ਇਹ ਆਉਂਦੇ ਨਹੀਂ ਹਨ। ਤੇ ਪਰ ਜੇ ਅਸੀਂ ਗੱਲ ਕਰੀਏ ਮਨੁੱਖਾ ਸਰੀਰ ਦੀ, ਤੇ ਗੱਲ ਸਰੀਰ ਦੀ ਸਾਰੇ ਪਿਛਲੇ ਲੜੀਵਾਰ ਸ਼ਲੋਕਾਂ ਚ ਚੱਲ ਰਹੀ ਹੈ, ਜਿੰਨੇ ਪਦੇ ਨੇ, ਕਿ ਜਦੋਂ ਕੋਈ ਆਪਣੀ ਇੱਕ ਦਿਸ਼ਾ ਆਪਣੇ ਨਿਜ ਵਿੱਚ ਉਤਰ ਜਾਂਦਾ ਹੈ, ਮਨੁੱਖਾ ਜਨਮ ਦੇ ਵਿੱਚ ਉਹ ਸੰਕਟ ਚ ਨਹੀਂ ਆਉਂਦਾ। ਤੋ ਜੋਨੀ ਸੰਕਟ ਬਹੁਰ ਨਾ ਆਵੇ। ਇੱਥੇ ਹੱਥ ਲਿਖਤ ਪ੍ਰਮਾਣਿਕ ਬੀੜਾਂ ਵਿੱਚ ਸੰਕਟ ਦੇ ਟੈਂਕੇ ਨੂੰ ਸਿਹਾਰੀ ਮਿਲਦੀ ਹੈ, ਭਾਵ ਸੰਕਟ ਵਿੱਚ, ਜੋਨ ਦੇ ਸੰਕਟ ਵਿੱਚ ਨਹੀਂ ਪੈਂਦਾ। ਫਿਰ ਅਸਲ ਵਿੱਚ ਉਹ ਇਨਸਾਨ ਬਣ ਕੇ ਜ਼ਿੰਦਗੀ ਨੂੰ ਜਿਉਂਦਾ ਹੈ। ਉਹਦੀ ਜ਼ਿੰਦਗੀ ਦੇ ਵਿੱਚ ਸੰਕਟ, ਉਹਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ, ਦੁੱਖ, ਮੁਸ਼ਕਲਾਂ, ਤਕਲੀਫਾਂ ਇਹ ਨਹੀਂ ਹੁੰਦੀਆਂ। ਇਹਨਾਂ ਸੰਕਟਾਂ ਤੋਂ ਉਹ ਉੱਭਰ ਜਾਂਦਾ ਹੈ। ਸੀਤਲ ਨਿਰਮਲ ਭਇਆ ਸਰੀਰਾ। ਹੁਣ ਉਹਦਾ ਸਰੀਰ ਸ਼ੀਤਲ, ਨਿਰਮਲ,
ਹੱਥ ਲਿਖਤ ਪ੍ਰਮਾਣਿਕ ਬੀੜਾਂ ਦੇ ਵਿੱਚ ਸੀਤਲ ਤੇ ਨਿਰਮਲ ਦੋਨਾਂ ਦੇ ਲੱਲੇ ਨੂੰ ਔਂਕੜ ਮਿਲਦੀ ਹੈ, ਕਿਉਂਕਿ ਇੱਕ ਸਰੀਰ ਦੀ ਗੱਲ ਚੱਲ ਰਹੀ ਹੈ। ਜਿਹੜੀ ਕਿਰਿਆ ਹੈ ਉਹ ਵੀ ਇੱਕ ਵਚਨੀ ਹੈ, ਭਇਆ ਹੋ ਗਿਆ, ਸਰੀਰ ਸੀਤਲ ਹੋ ਗਿਆ, ਨਿਰਮਲ ਹੋ ਗਿਆ। ਸਰੀਰ ਦਾ ਵਿਸ਼ੇਸ਼ਣ ਜਾਂ ਸਰੀਰ ਦਾ ਜਿਹੜਾ ਰੂਪ ਹੈ ਉਹ ਸ਼ੀਤਲ ਮਨੇ ਠੰਡਾ ਹੋ ਗਿਆ, ਨਿਰਮਲ ਮੈਲ ਤੋਂ ਰਹਿਤ ਪਵਿੱਤਰ ਹੋ ਗਿਆ। ਭਾਵ ਉਹਦੇ ਸਰੀਰ ਦੇ ਵਿੱਚ ਠੰਡ ਪੈ ਗਈ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾੜਦੀ ਨਹੀਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜੈ ਨਾਨਕਾ ਤਰੀਏ ਕਰਮੀ ਲੱਗ। ਆ ਜਿਹੜੇ ਵਿਕਾਰ ਨੇ ਇਹ ਸਾੜਦੇ ਸਨ, ਹੁਣ ਉਹ ਵਿਕਾਰਾਂ ਦੀ ਅੱਗ ਪਾਉਂਦੀ ਨਹੀਂ ਸਰੀਰ ਨੂੰ। ਸਰੀਰ ਵਿਕਾਰਾਂ ਦੀ ਅੱਗ ਵੱਲੋਂ ਸ਼ਾਂਤ ਹੋ ਗਿਆ। ਵਿਕਾਰਾਂ ਦੀ ਗੰਦਗੀ ਅੰਦਰੋਂ ਨਿਕਲ ਗਈ, ਬੁਰੇ ਵਿਚਾਰ ਅੰਦਰੋਂ ਨਿਕਲ ਗਏ। ਉਹ ਸਰੀਰ ਨਿਰਮਲ ਹੋ ਗਿਆ, ਮੈਲ ਤੋਂ ਰਹਿਤ। ਹੁਣ ਅੱਖਾਂ ਦੇ ਵਿੱਚ ਪਰ ਧਨ ਪਰ ਰੂਪ ਦੀ ਗੰਦਗੀ ਨਹੀਂ ਜਾਂਦੀ, ਅੱਖਾਂ ਪਵਿੱਤਰ ਹੋ ਗਈਆਂ। ਕੰਨਾਂ ਵਿੱਚ ਨਿੰਦਿਆ ਚੁਗਲੀ ਦੀ ਗੰਦਗੀ ਨਹੀਂ ਜਾਂਦੀ, ਕੰਨ ਸੱਚ ਨਾਲ ਜੁੜ ਕੇ ਪਵਿੱਤਰ ਹੋ ਗਏ। ਜ਼ੁਬਾਨ ਦੇ ਅੰਦਰ ਝੂਠ ਦੀ ਗੰਦਗੀ ਨਹੀਂ ਜਾਂਦੀ, ਜ਼ੁਬਾਨ ਸੱਚ ਬੋਲਦੀ ਹੈ, ਪਵਿੱਤਰ ਹੋ ਗਈ। ਉਹਦਾ ਸਰੀਰ, ਹੱਥ ਕਿਸੇ ਦੀ ਜੇਬ ਨਹੀਂ ਕੱਢਦੇ, ਪੈਰ ਗਲਤ ਪਾਸੇ ਨਹੀਂ ਜਾਂਦੇ, ਉਹਦਾ ਸਰੀਰ ਪਵਿੱਤਰ ਹੋ ਗਿਆ। ਹੁਣ ਭਾਵ ਉਹਦਾ ਸਰੀਰ ਚੰਗੇ ਕਰਮ ਕਰਨ ਲੱਗ ਪਿਆ। ਵਿਕਾਰਾਂ ਦੀ ਮਲੀਨਤਾ ਮੈਲ ਉਹਦੀ ਜ਼ਿੰਦਗੀ ਚੋਂ ਚਲੀ ਗਈ। ਨਿਰਮਲ ਸੀਤਲ ਭਇਆ ਸਰੀਰਾ, ਉਹਦੇ ਗਿਆਨ ਇੰਦਰੇ ਠੰਡੇ ਠਾਰ ਹੋ ਗਏ, ਉਹਦਾ ਸਰੀਰ ਪਵਿੱਤਰ ਹੋ ਗਿਆ, ਪੂਜਣਯੋਗ ਹੋ ਗਿਆ, ਸਤਿਕਾਰਯੋਗ ਹੋ ਗਿਆ। ਦੂਰ ਬਤਾਵਤ ਪਾਇਆ ਨੀਰਾ, ਜਿਹੜਾ ਰੱਬ ਦੂਰ ਦੱਸਿਆ ਜਾਂਦਾ ਸੀ ਉਹ ਤੇ ਕਿਤੇ ਜੰਗਲਾਂ ਪਹਾੜਾਂ ਦੇ ਵਿੱਚ ਹੈ, ਅਸਮਾਨਾਂ ਗੁਫਾਵਾਂ ਕੰਦਰਾਂ ਦੇ ਵਿੱਚ ਹੈ, ਜਿਹੜਾ ਦੂਰ ਦੱਸਿਆ ਜਾਂਦਾ ਸੀ। ਪਾਇਆ ਨੀਰਾ, ਨੀਰਾ ਮੈਨੇ ਨੇੜੇ, ਉਹ ਨੇੜੇ ਹੀ ਪਾ ਲਿਆ। ਜਿਹਨੂੰ ਦੂਰ ਦੱਸਿਆ ਜਾਂਦਾ ਸੀ ਨੇੜੇ ਪਾ ਲਿਆ। ਕਿੰਨਾ ਕੁ ਨੇੜੇ? ਇੰਨਾ ਕੁ ਨੇੜੇ ਕਿ ਇਸ ਸਰੀਰ ਨਾਲੋਂ ਵੀ ਨੇੜੇ। ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਮੰਨਿਆ ਜਾਂਦਾ ਹੈ ਹੱਥ। ਪੈਰ ਤੇ ਸੱਟ ਲੱਗ ਜਾਏ, ਅੱਖਾਂ ਦੇ ਬਾਅਦ ਚ ਦੇਖਦੀਆਂ ਨੇ, ਹੱਥ ਪਹਿਲਾਂ ਪਹੁੰਚ ਜਾਂਦਾ ਹੈ। ਹੱਥ ਸਭ ਤੋਂ ਨੇੜੇ ਹੈ, ਪਰ ਉਹ ਇੰਨਾ ਨੇੜੇ ਆ, ਉਹ ਹੱਥ ਨਾਲੋਂ ਵੀ ਨੇੜੇ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਕਹਿ ਰਵਿਦਾਸ ਹੱਥ ਪੈਰ ਨੀਰੇ, ਸਹਿਜੇ ਹੋਏ ਸੋਈ। ਉਹ ਹੱਥ ਨਾਲੋਂ ਵੀ ਨੇੜੇ ਹੈ। ਜਿਹਨੂੰ ਦੂਰ ਦੱਸਿਆ ਜਾਂਦਾ ਸੀ ਉਹ ਨੇੜੇ ਹੀ ਪਾ ਲਿਆ, ਆਪਣੇ ਅੰਦਰ ਹੀ ਪਾ ਲਿਆ। ਇੰਨਾ ਅੰਦਰ ਪਾ ਲਿਆ ਕਿ ਉਹਦੇ ਵਿੱਚ ਹੁਣ ਮੇਰੇ ਚ ਫਰਕ ਨਹੀਂ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਹਰ ਹਿਰਦੇ ਚ ਬੈਠਾ ਉਹੀ ਤੇ ਭੋਗ ਰਿਹਾ ਸੰਸਾਰ ਨੂੰ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਿਉ ਪੁਕਾਰ। ਇੰਨਾ ਨੇੜੇ ਹੈ। ਔਰ ਉਸ ਨੇੜੇ ਨੂੰ ਪਾਉਣ ਦਾ ਇੱਕੋ ਤਰੀਕਾ ਹੈ, ਦਵੈਤ ਖਤਮ ਕਰ ਦਿਓ। ਦਵੈਤ ਮੈਨੇ ਇਹ ਆਪਣਾ, ਇਹ ਬੇਗਾਨਾ, ਇਹ ਦੁਸ਼ਮਣ, ਇਹ ਮਿੱਤਰ। ਜਦੋਂ ਦਵੈਤ ਖਤਮ ਹੋ ਜਾਏਗੀ, ਇੱਕ ਰੱਬ ਹੀ ਰਹਿ ਜਾਏਗਾ। ਇੰਨਾ ਨੇੜੇ ਹੈ ਹਦੂਰ ਕਤ ਦੂਰ ਬਤਾਵੋ। ਉਹ ਤੇ ਨੇੜੇ ਹੈ, ਉਹਨੂੰ ਦੂਰ ਕਿਉਂ ਕਹਿ ਰਹੇ ਹੋ ਵੀ ਰੱਬ ਦੂਰ ਬੜਾ ਹੈ? ਹਦੂਰ ਕਤ ਦੂਰ ਬਤਾਵੋ, ਦੂੰਦਰ ਬੰਧੋ ਸੁੰਦਰ ਪਾਵੋ। ਆ ਜਿਹੜਾ ਦੂੰਦਰ ਹੈ ਨਾ, ਮੇਰ ਤੇਰ ਦੇ ਵਿਤਕਰੇ, ਇਹਨਾਂ ਨੂੰ ਬੰਨ ਲਓ ਤੇ ਸੁੰਦਰ ਪ੍ਰਭੂ ਨੂੰ ਪ੍ਰਾਪਤ ਕਰ ਲਓ। ਦੂੰਦਰ ਬੰਧੋ ਸੁੰਦਰ ਪਾਵੋ, ਇਹਨਾਂ ਨੇੜੇ ਹੈ। ਦੂਰ ਬਤਾਵਤ ਪਾਇਆ ਨੀਰਾ, ਜਿਹਨੂੰ ਦੂਰ ਸਮਝਿਆ ਸੀ ਉਹ ਤੇ ਨੇੜੇ ਹੀ ਪ੍ਰਾਪਤ ਕਰ ਲਿਆ, ਅੰਦਰੋਂ ਹੀ ਪ੍ਰਾਪਤ ਕਰ ਲਿਆ ਉਹਨੂੰ ਤੇ। ਭਾਵ ਇਸ ਸਰੀਰ ਵਿੱਚੋਂ ਹੀ ਉਹ ਪ੍ਰਭੂ ਪ੍ਰਾਪਤ ਹੋ ਗਿਆ। ਇਸ ਆਤਮਾ ਨੂੰ ਪਛਾਣ ਲਿਆ, ਆਤਮ ਦੀ ਪਛਾਣ ਕੀਤੀ ਤੇ ਉਹ ਆਤਮ ਹੀ ਪਰਮਾਤਮ ਦਾ ਰੂਪ ਹੋ ਗਈ। ਇਹੀ ਤੇ ਰੱਬ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਆ ਪੂਰੇ। ਹਰ ਆਤਮਾ ਚ ਰਾਮ ਹੀ ਤੇ ਰਮਿਆ ਹੋਇਆ। ਜੇ ਰਾਮ ਨਾ ਰਵੇ ਤੇ ਇਹ ਜੀਵਨ ਆਏ ਕਿੱਥੋਂ? ਮਨੁੱਖ ਜੀ ਨਾ ਸਕੇ, ਮਨੁੱਖ ਦੇ ਅੰਦਰ ਚੇਤਨਾ ਨਾ ਹੋਵੇ। ਇਹ ਆਤਮ ਦੇ ਅੰਦਰ ਵਸਿਆ ਹੋਇਆ ਰਾਮ ਉਹੀ ਤੇ ਜੀਵਨ ਦੇਣ ਵਾਲਾ ਹੈ। ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਜਗਜੀਵਨ ਕੇਵਲ ਇੱਕ ਪ੍ਰਭੂ ਹੈ, ਜਿਹੜਾ ਜਗਤ ਨੂੰ ਜੀਵਨ ਦਿੰਦਾ ਹੈ। ਤੇ ਜੇ ਮੇਰੇ ਅੰਦਰ ਜੀਵਨ ਹੈ, ਇਹਦਾ ਮਤਲਬ ਜਗਜੀਵਨ ਮੇਰੇ ਅੰਦਰ ਹੈ। ਦੂਰ ਬਤਾਵਤ ਪਾਇਆ ਨੀਰਾ। ਔਰ ਅਸੀਂ ਗੱਲ ਕਹਿੰਦੇ ਆ ਕਿ ਰੱਬ ਨੇੜੇ ਹੈ, ਹਰ ਹਿਰਦੇ ਦੇ ਵਿੱਚ ਹੈ, ਸਾਰਿਆਂ ਵਿੱਚ ਹੈ, ਪਰ ਇਹਨੂੰ ਅਸੀਂ ਮੰਨਦੇ ਨਹੀਂ ਆ, ਸਿਰਫ ਕਹਿੰਦੇ ਆ। ਜਿੰਨੇ ਵੀ ਅੱਜ ਤੱਕ ਵਿਚਾਰ ਹੋਈ, ਅਸੀਂ ਹੀ ਕਿਹਾ ਨਾ ਰੱਬ ਸਾਰਿਆਂ ਚ ਹੈ, ਰੱਬ ਸਾਰਿਆਂ ਚ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਵਰਤੋਂ ਵਿਹਾਰ ਕਰਨਾ ਹੁੰਦਾ ਹੈ, ਉਦੋਂ ਭੁੱਲ ਜਾਣਾ ਵੀ ਰੱਬ ਸਾਰਿਆਂ ਵਿੱਚ ਹੈ। ਆਹ ਦੁੱਖ ਹੈ ਬੜਾ ਵੱਡਾ। ਕਹਿੰਦੇ ਤੇ ਹਾਂ ਤੁਹਾਡੇ ਚ ਰੱਬ ਹੈ ਜੀ, ਕਹਿੰਦੇ ਤੇ ਹਾਂ ਮੇਰੇ ਮਾਪਿਓ, ਮੇਰੇ ਭੈਣਾਂ ਭਰਾਵਾਂ ਚ ਰੱਬ ਹੈ, ਕਹਿੰਦੇ ਹਾਂ ਮੇਰੇ ਰਿਸ਼ਤੇਦਾਰਾਂ ਵਿੱਚ, ਮੇਰੇ ਗੁਆਂਢੀ ਵਿੱਚ ਰੱਬ ਹੈ। ਪਰ ਜਦੋਂ ਅਸੀਂ ਵਰਤੋਂ ਵਿਹਾਰ ਕਰਦੇ ਹਾਂ, ਉਦੋਂ ਅਸੀਂ ਭੁੱਲ ਜਾਂਦੇ ਹਾਂ ਇਹਨਾਂ ਚ ਰੱਬ ਹੈ। ਗੁਆਂਢੀ ਨਾਲ ਗੱਲ ਕਰਨ ਲੱਗੇ ਭੁੱਲ ਜਾਂਦੇ ਹਾਂ ਇਹਦੇ ਚ ਰੱਬ ਹੈ।
ਕਿਸੇ ਅਜਨਬੀ ਬੇਗਾਨੇ ਨਾਲ ਗੱਲ ਕਰਨ ਲੱਗਿਆ ਭੁੱਲ ਜਾਂਦੇ ਆ ਰੱਬ ਹੈ। ਬੱਚੇ ਨਾਲ ਗੱਲ ਕਰਨੀ ਵਿੱਚ ਝਿੜਕਾਂ ਮਾਰ ਦਿੰਦੇ ਆ, ਉਦੋਂ ਭੁੱਲ ਜਾਂਦੇ ਆ ਇਹਦੇ ਚ ਰੱਬ ਹੈ। ਬਜ਼ੁਰਗ ਮਾਪਿਓ ਦੀ ਸੇਵਾ ਕਰਨ ਲੱਗਿਆ ਭੁੱਲ ਜਾਂਦੇ ਆ ਕਿ ਇਹਦੇ ਚ ਰੱਬ ਹੈ। ਇਹ ਸਭ ਤੋਂ ਵੱਡਾ ਦੁੱਖ ਹੈ। ਸਿਰਫ ਜ਼ਬਾਨੀ ਕਲਾਮੀ ਅਸੀਂ ਕਹਿੰਦੇ ਆ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਪਰ ਜਦੋਂ ਵਿਹਾਰ ਕਰਨਾ ਹੁੰਦਾ ਉਸ ਰੱਬ ਨਾਲ, ਸੋ ਪ੍ਰਭ ਚਿਤ ਨਾ ਆਵਈ। ਉਹ ਰੱਬ ਚੇਤੇ ਨਹੀਂ ਆਉਂਦਾ, ਫਿਰ ਭੁੱਲ ਜਾਂਦਾ ਉਦੋਂ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਮੈਂ ਕਿੰਨੇ ਵੱਡੇ ਦੁੱਖ ਦੀ ਗਿਣਤੀ ਕਰਾਂ ਕਿ ਜਦੋਂ ਵਰਤੋਂ ਵਿਹਾਰ ਕਰਨਾ ਹੁੰਦਾ ਉਦੋਂ ਚੇਤੇ ਨਹੀਂ ਰਹਿੰਦਾ ਕਿ ਰੱਬ ਨੇੜੇ ਹੈ, ਸਾਰਿਆਂ ਵਿੱਚ। ਦੂਰ ਬਤਾਵਤ ਪਾਇਆ ਨੀਰਾ, ਜਿਹਨੂੰ ਦੂਰ ਸਮਝਿਆ ਸੀ ਨੇੜੇ ਹੀ ਪ੍ਰਾਪਤ ਕਰ ਲਿਆ। ਮੇਰੇ ਆਸ-ਪਾਸ, ਮੇਰੇ ਅੰਦਰ, ਹਰ ਥਾਂ ਤੇ ਉਹੀ ਹੈ। ਬਾਰਸ ਬਾਰੈ ਉਗਵੈ ਸੂਰ। ਬਾਰਸ, ਬਾਰਸ ਦਾ ਮਤਲਬ ਹੈ ਮੱਸਿਆ ਤੋਂ ਅੱਗੇ 12ਵਾਂ ਦਿਨ, ਜਿਹਨੂੰ ਅਸੀਂ ਦਵਾਦਸ਼ੀ ਵੀ ਕਹਿ ਦਿੰਦੇ ਆ। 2+10 ਦਵਾਦਸ਼ੀ, ਇਕਾਦਸ਼ੀ ਦਵਾਦਸ਼ੀ। ਦਵਾਦਸ਼ੀ ਨੂੰ ਇੱਥੇ ਭਗਤ ਜੀ ਬਾਰਸ ਕਹਿ ਰਹੇ ਨੇ। ਬਾਰਸ ਵਿੱਚ ਦਵਾਦਸ਼ੀ ਤਿਥ ਦੇ ਵਿੱਚ 12 ਉਗਵੈ ਸੂਰ। 12 ਸੂਰ ਮੈਨੇ 12 ਸੂਰਜ ਉਗ ਜਾਂਦੇ ਨੇ, ਚੜ ਪੈਂਦੇ ਨੇ। ਮਨੁੱਖ ਇੰਨਾ ਯਾਦ ਰੱਖੀ, ਮੱਸਿਆ ਤੋਂ ਅੱਗੇ ਜ਼ਿੰਦਗੀ ਚ 12 ਦਿਨ ਤੇ ਆਏ, ਪਰ ਸੂਰਜ ਜੇ ਇੱਕ ਨਹੀਂ ਚੜਿਆ ਤੇ ਐਸੀ ਦਵਾਦਸ਼ੀ ਦਾ ਫਾਇਦਾ ਕੀ ਹੈ? ਹਰ ਰੋਜ਼ ਤੇਰੀ ਜ਼ਿੰਦਗੀ ਚ ਇੱਕ ਨਵਾਂ ਸੂਰਜ ਚੜ੍ਹਨਾ ਚਾਹੀਦਾ ਹੈ। ਹਰ ਰੋਜ਼ ਤੇਰੀ ਜ਼ਿੰਦਗੀ ਵਿੱਚ ਇੱਕ ਸੂਰਜ ਜੁੜਨਾ ਚਾਹੀਦਾ ਹੈ ਕਿ ਅੱਜ ਇੱਕ ਸੂਰਜ, ਕੱਲ 2 ਸੂਰਜ, ਪਰਸੋਂ 3। ਦਵਾਦਸ਼ੀ ਤੱਕ ਆਂਦੇ ਆਂਦੇ ਘੱਟੋ ਘੱਟ ਤੇਰੀ ਜ਼ਿੰਦਗੀ ਚ 12 ਸੂਰਜ ਹੋ ਜਾਣ, 12 ਗਿਆਨ ਦੇ ਪ੍ਰਕਾਸ਼ ਤੇਰੇ ਅੰਦਰ ਪੈਦਾ ਹੋ ਜਾਣ। ਹਰ ਰੋਜ਼ ਇੱਕ ਨਵਾਂ ਗਿਆਨ ਸਿੱਖ, ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖ। ਇਸੇ ਕਰਕੇ ਸਿੱਖ ਦਾ ਨਾਮ ਸਿੱਖ ਹੈ। ਉਹਦਾ ਕੰਮ ਸਿੱਖਣਾ ਹੈ ਰੋਜ਼। ਸਿੱਖੀ ਸਿੱਖਿਆ ਗੁਰ ਵਿਚਾਰ। ਤੇ ਜੇ ਮਨੁੱਖ ਰੋਜ਼ ਇੱਕ ਸਿੱਖਿਆ ਲਵੇ, ਰੋਜ਼ ਉਹਦੇ ਅੰਦਰ ਇੱਕ ਸੂਰਜ ਚੜ ਜਾਏ, ਰੋਜ਼ ਇੱਕ ਹੋਰ ਨਵਾਂ ਸੂਰਜ ਜੁੜ ਜਾਏ, ਰੋਜ਼ ਇੱਕ ਹੋਰ ਨਵਾਂ ਗਿਆਨ ਜੁੜ ਜਾਏ, ਤੇ 12 ਦਿਨਾਂ ਤੱਕ ਤੇ 12 ਸੂਰਜ ਚੜ ਗਏ ਨਾ। ਕਿੰਨਾ ਪ੍ਰਕਾਸ਼ ਹੋਏਗਾ ਜੇ ਇੱਕ ਸੂਰਜ ਇੰਨਾ ਪ੍ਰਕਾਸ਼ ਦਿੰਦਾ ਹੈ। ਜਿੱਥੇ ਸੂਰਜ 12 ਹੋਣਗੇ ਉੱਥੇ ਕਿੰਨਾ ਪ੍ਰਕਾਸ਼ ਹੋਏਗਾ। ਕਿੰਨੇ ਕੁ ਲੋਕ ਨੇ ਜਿਹੜੇ ਹਰ ਰੋਜ਼ ਇੱਕ ਨਵੀਂ ਚੀਜ਼ ਸਿੱਖਦੇ ਨੇ, ਹਰ ਰੋਜ਼ ਇੱਕ ਨਵਾਂ ਗਿਆਨ ਲੈਂਦੇ ਨੇ। ਕਿੰਨੇ ਕੁ ਲੋਕ ਐਸੇ ਹੋਣਗੇ ਜਿਹੜੇ ਇੰਨੀ ਤਰੱਕੀ ਕਰ ਰਹੇ ਨੇ ਕਿ ਹਰ ਰੋਜ਼ ਕੁਛ ਨਾ ਕੁਛ ਕਰ ਰਹੇ ਨੇ ਕਿ ਮੈਂ ਐਵੇਂ ਆਪਣਾ ਦਿਨ ਵਿਅਰਥ ਨਹੀਂ ਗਵਾਉਣਾ, ਕੁਛ ਕਰਨਾ ਹੈ। ਮੇਰੇ ਅੰਦਰ ਗਿਆਨ ਦਾ ਸੂਰਜ ਚੜ ਜਾਏ, ਮੈਂ ਕੁਛ ਕਰਨਾ ਹੈ। ਜਦੋਂ ਸਵੇਰੇ ਉੱਠੋ ਤੇ ਉੱਠਣ ਲੱਗਿਆ, ਆਪਣੇ ਬੈੱਡ ਤੋਂ ਉੱਠਣ ਲੱਗਿਆ, ਇੱਕ ਵਾਰੀ ਆਪਣੇ ਆਪੇ ਦੇ ਨਾਲ ਗੱਲ ਕਰੋ, ਰਾਤ ਸੌਂ ਗਿਆ ਸਾਂ, ਸੁੱਤਾ ਕੀ ਮਰ ਹੀ ਗਿਆ ਸਾਂ। ਕਿਉਂਕਿ ਸੌਂ ਗਿਆ, ਭੁੱਲ ਹੀ ਗਿਆ ਕਿ ਮੈਂ ਵੀ ਹਾਂ। ਆਪਣੀ ਹੋਂਦ ਯਾਦ ਭੁੱਲ ਗਈ, ਆਪਣੀ ਹੋਂਦ ਦਾ ਚੇਤਾ ਨਹੀਂ ਰਿਹਾ ਮੈਨੂੰ। ਇਹ ਵੀ ਯਾਦ ਨਹੀਂ ਰਿਹਾ ਕਿ ਮੇਰੇ ਕੋਲ ਕਿੰਨੀ ਪ੍ਰਾਪਰਟੀ ਹੈ, ਮੈਂ ਕਿੰਨੀ ਜ਼ਮੀਨ ਜਾਇਦਾਦ ਦਾ ਮਾਲਕ ਹਾਂ। ਰਾਤ ਸੌਂ ਗਿਆ, ਮੇਰੀ ਪ੍ਰਾਪਰਟੀ ਖੁੱਸ ਗਈ ਮੇਰੇ ਕੋਲੋਂ, ਮੇਰਾ ਪੈਸਾ ਜੋੜਿਆ ਮੇਰੇ ਹੱਥੋਂ ਨਿਕਲ ਗਿਆ। ਮੈਂ ਇੱਥੋਂ ਤੱਕ ਭੁੱਲ ਗਿਆ ਮੇਰਾ ਨਾਮ ਕੀ ਹੈ, ਮੈਂ ਕੌਣ ਆ, ਮੇਰੀ ਕੁਰਸੀ, ਮੇਰੀ ਪਦਵੀ, ਮੇਰਾ ਅਹੁਦਾ ਕੀ ਹੈ। ਨੀਂਦ ਨੂੰ ਛੋਟੀ ਮੌਤ ਕਿਹਾ ਜਾਂਦਾ ਹੈ। ਰਾਤ ਸੁੱਤਾ ਸਾਂ, ਛੋਟੀ ਮੌਤ ਹੋ ਗਈ, ਸਾਰਾ ਕੁਝ ਮੇਰੇ ਹੱਥੋਂ ਚਲਾ ਗਿਆ। ਸਵੇਰ ਹੋਈ, ਅੱਖ ਖੁੱਲੀ, ਵਾਹ ਮਾਲਕਾ, ਸਾਰਾ ਕੁਝ ਮੈਨੂੰ ਵਾਪਸ ਕਰ ਦਿੱਤਾ ਤੂੰ। ਮੇਰਾ ਨਾਮ, ਮੇਰਾ ਤਾਮ, ਮੇਰੀ ਪ੍ਰਾਪਰਟੀ, ਮੇਰੀ ਜ਼ਮੀਨ ਜਾਇਦਾਦ, ਜੋ ਕੁਝ ਸੀ ਸਾਰਾ ਕੁਝ ਵਾਪਸ ਕਰ ਦਿੱਤਾ। ਮੇਰੀ ਜ਼ਿੰਦਗੀ 'ਚ ਇੱਕ ਦਿਨ ਹੋਰ ਨਵਾਂ ਜੁੜ ਗਿਆ। ਜੇ ਇੱਕ ਦਿਨ ਮੇਰੀ ਜ਼ਿੰਦਗੀ 'ਚ ਜੁੜਿਆ ਤੇ ਇੱਕ ਸੂਰਜ ਵੀ ਜੁੜ ਜਾਣਾ ਚਾਹੀਦਾ ਹੈ। ਆਪਣੇ ਆਪ ਨੂੰ ਸਵਾਲ ਕਰੋ ਕਿ ਜੇ ਮੈਂ ਅੱਜ ਦੀ ਰਾਤ ਸੋਵਾਂ ਤੇ ਸੁੱਤਾ ਹੀ ਰਹਿ ਜਾਵਾਂ, ਉੱਠਾ ਹੀ ਨਾ, ਫਿਰ ਹਾਂ, ਫਿਰ ਇਹ ਹੋ ਸਕਦਾ ਹੈ ਕਿ ਅੱਜ ਦਿਨੇ ਕੁਝ ਐਸਾ ਕੰਮ ਕਰ ਜਾਵਾਂ ਕਿ ਜੇ ਰਾਤ ਸੌਣ ਵਾਸਤੇ ਜਾਵਾਂ ਤੇ ਮੇਰੇ ਅੰਦਰ ਪਛਤਾਵਾ ਕੋਈ ਨਾ ਰਵੇ ਕਿ ਮੈਂ ਆਪਣੀ ਜ਼ਿੰਦਗੀ ਦਾ ਅੱਜ ਦਾ ਦਿਨ ਗਵਾ ਲਿਆ। ਜਦੋਂ ਸ਼ਾਮ ਨੂੰ ਬੈੱਡ ਤੇ ਜਾਵਾਂ, ਮੈਂ ਇੰਨਾ ਸੰਤੁਸ਼ਟ ਹੋਵਾਂ, ਇੰਨਾ ਸੈਟੀਸਫਾਈਡ ਹੋਵਾਂ ਕਿ ਅੱਜ ਦਾ ਦਿਨ ਮੇਰਾ ਮਾੜਾ ਨਹੀਂ ਲੰਘਿਆ, ਅੱਜ ਦਾ ਦਿਨ ਮੈਂ ਸਫਲ ਕੀਤਾ ਹੈ। ਰਾਤ ਸੁੱਤਾ ਵੀ ਰਹਿ ਗਿਆ ਤੇ ਕੋਈ ਫਰਕ ਨਹੀਂ ਪਏਗਾ। ਰਾਤ ਸੁੱਤਾ ਵੀ ਰਹਿ ਗਿਆ ਤੇ ਕੋਈ ਫਰਕ ਨਹੀਂ ਪੈਣਾ। ਮੈਂ ਕੁਝ ਕਰ ਚੱਲਿਆ, ਅੱਜ ਦਾ ਦਿਨ ਕੋਈ ਨਵੀਂ ਚੀਜ਼ ਸਿੱਖ ਚੱਲਿਆ, ਸਮਾਜ ਦਾ ਭਲਾ ਕਰ ਚੱਲਿਆ। ਜੇ ਅੱਜ ਰਾਤ ਸੁੱਤਾ ਵੀ ਰਹਿ ਜਾਵਾਂਗਾ ਤੇ ਕੋਈ ਚਿੰਤਾ ਨਹੀਂ ਰਹੇਗੀ, ਸੰਤੁਸ਼ਟ ਸੋਵਾਂਗਾ, ਸੰਤੁਸ਼ਟ ਮਰਾਂਗਾ, ਕਿਉਂਕਿ ਆਖਰੀ ਦਿਨ ਮੇਰਾ ਜ਼ਿੰਦਗੀ ਦਾ ਸਫਲ ਰਿਹਾ। ਔਰ ਜ਼ਿੰਦਗੀ ਦਾ ਕੋਈ ਵੀ ਦਿਨ ਆਖਰੀ ਦਿਨ ਹੋ ਸਕਦਾ ਹੈ। ਔਰ ਯਾਦ ਰੱਖਿਓ, ਲੋਕ ਆਖਰੀ ਦਿਨ ਨੂੰ ਯਾਦ ਕਰਦੇ ਨੇ ਕਿ ਸਾਡਾ ਬਾਬਾ, ਉਹ ਆਖਰੀ ਦਿਨ ਉਹ ਅੰਮ੍ਰਿਤ ਵੇਲੇ ਉੱਠਿਆ, ਉਹਨੇ ਇਸ਼ਨਾਨ ਕੀਤਾ, ਉਹਨੇ 3 ਦਿਨ ਦਾ ਪਾਠ ਕੀਤਾ,
ਤਾਂ ਪੂਰਾ ਹੋਇਆ। ਸਾਡੀ ਜਿਹੜੀ ਬੇਬੇ ਹੈ ਉਹ ਗੁਰਦੁਆਰੇ ਸਾਹਿਬ ਗਈ, ਮੱਥਾ ਟੇਕ ਕੇ ਆਈ, ਉਹਨੇ ਕਥਾ ਕੀਰਤਨ ਸੁਣਿਆ, ਵਾਪਸ ਆਈ, ਪੂਰੀ ਹੋ ਗਈ। ਫਲਾਣਾ ਆਦਮੀ ਜਿਹੜਾ ਉਹਨੇ ਫਲਾਣੀ ਦੀ ਮਦਦ ਕੀਤੀ ਸੀ, ਜੇ ਉਹਦਾ ਭਲਾ ਕਰਕੇ ਆਇਆ, ਘਰੇ ਆਇਆ, ਪੂਰਾ ਹੋ ਗਿਆ। ਆਖਰੀ ਦਿਨ ਯਾਦ ਰਹਿੰਦਾ ਹੈ, ਤੇ ਪਤਾ ਨਹੀਂ ਜ਼ਿੰਦਗੀ ਦਾ ਕਿਹੜਾ ਦਿਨ ਆਖਰੀ ਹੋਵੇ, ਤੇ ਕਿਉਂ ਨਾ ਹਰ ਦਿਨ ਨੂੰ ਮੈਂ ਆਖਰੀ ਦਿਨ ਸਮਝ ਕੇ ਸਫਲ ਕਰਦਾ ਜਾਵਾਂ। ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨਾਲ ਸਵਾਲ ਕਰੋ, ਅੱਜ ਮੈਂ ਕੀ ਕਰਾਂ ਕਿ ਰਾਤ ਮੈਂ ਸੰਤੁਸ਼ਟ ਹੋ ਕੇ ਸੋਵਾਂ, ਪਛਤਾਣਾ ਨਾ ਪਵੇ ਕਿ ਅੱਜ ਦਾ ਦਿਨ ਮੈਂ ਬਰਬਾਦ ਕਰ ਲਿਆ। ਐਸਾ ਕੁਝ ਸਿੱਖ ਕੇ ਜਾਵਾਂ, ਐਸਾ ਸਮਾਜ ਦੀ ਸੇਵਾ ਕਰ ਜਾਵਾਂ, ਐਸਾ ਕਿਸ ਦਾ ਭਲਾ ਕਰ ਜਾਵਾਂ ਕਿ ਰਾਤ ਮੈਂ ਸੁੱਖ ਦੀ ਨੀਂਦ ਸੋਵਾਂ, ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆਨੰਦ ਹੋਵੇ। ਇਹ ਹੈ ਜ਼ਿੰਦਗੀ ਵਿੱਚ ਸੂਰਜ ਚੜਾਉਣਾ, ਤੇ 12 ਰੋਜ਼ ਦਾ ਇੱਕ ਨਵਾਂ ਸੂਰਜ ਚੜੇਗਾ, 12 ਦਿਨ ਚ ਤੇ 12 ਸੂਰਜ ਹੋ ਜਾਣਗੇ ਨੇ। ਭਗਤ ਕਬੀਰ ਜੀ ਆਖਦੇ ਨੇ, ਹਰ ਰੋਜ਼ ਤੇਰੇ ਅੰਦਰ ਗਿਆਨ ਦਾ ਇੱਕ ਨਵਾਂ ਸੂਰਜ ਜੁੜ ਜਾਣਾ ਚਾਹੀਦਾ ਹੈ, ਹਰ ਰੋਜ਼ ਇੱਕ ਨਵਾਂ ਗਿਆਨ ਤੇਰੀ ਜ਼ਿੰਦਗੀ ਚ ਆ ਜਾਣਾ ਚਾਹੀਦਾ ਹੈ। ਬਾਰਸ 12 ਉਗਵੈ ਸੂਰ, ਅਜੋਕੇ ਜਿਹੜੇ ਵਿਦਵਾਨ ਨੇ ਇਹਨੂੰ 12 ਉਚਾਰਨ ਪਾਠ ਕਰਦੇ ਨੇ, 12 13 ਅੱਗੇ ਆਏਗਾ 14, ਪਰ ਜਿਹੜਾ ਜਿਵੇਂ ਮੈਂ ਸੋਚਦਾ ਹਾਂ 12 13 14, ਮੈਂ ਇਹਨੂੰ ਇਸ ਤਰ੍ਹਾਂ ਉਚਾਰਨ ਕਰਦਾ ਹਾਂ। ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਉਹਨਾਂ ਦੇ ਪ੍ਰਚਲਨ ਨੇ ਬੋਲਣ ਦੇ, ਹਰ ਇਲਾਕੇ ਦਾ ਆਪਣਾ ਉਚਾਰਨ ਦਾ ਤਰੀਕਾ ਹੈ, ਔਰ ਵਿਦਵਾਨਾਂ ਵਿੱਚ ਅਜੇ ਵੀ ਇਹਦੇ ਬਾਰੇ ਕਾਫੀ ਵਿਚਾਰ ਚੱਲ ਰਹੀ ਹੈ। ਹੁਣ ਜਿਹਦੀ ਜ਼ਿੰਦਗੀ ਦੇ ਵਿੱਚ ਸ਼ੁਭ ਗੁਣਾਂ ਦੇ ਸੂਰਜ ਪੈਦਾ ਹੋ ਜਾਣ, ਐਨਸ ਬਾਜੈ ਅਨਹਦ ਤੂਰ, ਇਹ ਮੈਨੇ ਦਿਨ, ਨਿਸ ਮੈਨੇ ਰਾਤ, ਦਿਨ ਰਾਤ ਬਾਜੇ, ਦਿਨ ਰਾਤ ਵੱਜਦੇ ਨੇ, 24 ਘੰਟੇ ਵੱਜੀ ਜਾਂਦੇ ਨੇ। ਕੀ? ਅਨਹਦ ਤੂਰ, ਅਨਹਦ ਤੂਰ, ਤੂਰ ਮੈਨੇ ਵਾਜੇ, ਅਨਹਦ ਵਾਜੇ ਵੱਜਦੇ ਨੇ। ਅਨਹਦ ਇੱਕ ਰਸ ਲਗਾਤਾਰ, ਇਹ ਸ਼ਬਦ ਆਹਤ ਤੋਂ ਬਣੇ ਆ। ਆਮ ਤੌਰ ਤੇ ਜਦੋਂ ਅਨਹਦ ਵਾਜਿਆਂ ਦੀ ਗੱਲ ਆਉਂਦੀ ਗੁਰਬਾਣੀ ਚ, ਤੇ ਸਾਨੂੰ ਇਹ ਦੱਸਿਆ ਜਾਂਦਾ ਵੈ ਕਿ ਇੱਕ ਜਦੋਂ ਤੁਸੀਂ ਸਮਾਧੀ ਲਾਓਗੇ, ਤੁਹਾਡੇ ਅੰਦਰੋਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਜਾਣਗੀਆਂ, ਵਾਜੇ ਵੱਜਣ ਲੱਗ ਪੈਣਗੇ, ਸਮਝ ਲਓ ਸਮਾਧੀ ਲੱਗ ਗਈ, ਤੁਹਾਡੇ ਅੰਦਰ ਵਾਜੇ ਵੱਜਣ ਲੱਗ ਜਾਣਗੇ। ਜੇ ਅੰਦਰ ਵਾਜੇ ਵੱਜਣ ਲੱਗ ਗਏ, ਉਹ ਜ਼ਿੰਦਗੀ ਚ ਕੀ ਤਬਦੀਲੀ ਲੈ ਕੇ ਆਣਗੇ? ਮੰਨ ਲਓ ਕਿਸੇ ਨੇ 12 ਸਾਲ ਸਮਾਧੀ ਲਾਈ, ਭਗਤੀ ਕੀਤੀ, 12 ਸਾਲ ਸਾਧਨਾ ਕੀਤੀ, ਤੇ 12 ਸਾਲ ਬਾਅਦ ਉਹਦੇ ਅੰਦਰ ਟੂ ਟੂ ਦੀ ਆਵਾਜ਼ ਚੱਲਣੀ ਸ਼ੁਰੂ ਹੋ ਗਈ, ਵਾਜਾ ਵੱਜਣ ਲੱਗ ਗਿਆ ਕੋਈ, ਫਿਰ ਤੇ ਬੜਾ ਘਾਟੇ ਦਾ ਸੌਦਾ ਹੈ। 12 ਸਾਲ ਬਾਅਦ ਜਾ ਕੇ ਅਨੰਦ ਵਾਜਾ ਉਹਦੇ ਅੰਦਰ ਵੱਜਣਾ ਸ਼ੁਰੂ ਹੋਇਆ, ਟੂ ਟੂ ਦੀ ਆਵਾਜ਼ ਆਉਣ ਲੱਗ ਪਈ, ਇਹ ਤੇ ਫਿਰ ਘਾਟੇ ਦਾ ਸੌਦਾ ਹੈ ਨਾ। ਇਹਦੇ ਨਾਲ ਚੰਗਾ ਸੀ ਕਿ ਉਹ 12 ਸਾਲ ਰੱਜ ਕੇ ਮਿਹਨਤ ਕਰਦਾ, ਪੈਸਾ ਕਮਾਉਂਦਾ, ਕਾਰ ਕੋਠੀ ਪੈਸਾ ਸਾਰਾ ਕੁਝ ਜੋੜ ਲੈਂਦਾ, ਐਕਸਟਰਾ ਕੰਮ ਕਰਦਾ, ਜਾਂ ਹੋਰ ਵੀ ਜੋਬ ਕਰਦਾ, ਓਵਰ ਟਾਈਮ ਲਗਾਉਂਦਾ, ਪੈਸੇ ਇਕੱਠੇ ਕਰ ਲੈਂਦਾ, ਸਾਰੇ ਸੁੱਖ ਜ਼ਿੰਦਗੀ ਦੀਆਂ ਲੋੜਾਂ ਸਾਰੀਆਂ ਪੂਰੀਆਂ ਕਰ ਲੈਂਦਾ, ਤੇ 100-200 ਰੁਪਏ ਦੀ ਜਾ ਕੇ ਬੰਸਰੀ ਖਰੀਦ ਲਿਆਂਦਾ, ਬਜਾਈ ਜਾਂਦਾ ਟੂ 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 ਦੀ ਆਵਾਜ਼ ਹੀ ਸੁਣਨੀ ਸੀ ਨਾ ਵਾਜੇ ਦੀ, ਉਹ ਵੈਸੇ ਬਾਹਰੋਂ ਖਰੀਦ ਕੇ ਲੈ ਲੈਂਦਾ। ਹੋਰ ਨਹੀਂ ਤੇ YouTube ਦੇ ਉੱਪਰ ਬੰਦਾ ਕੋਈ ਮਿਊਜ਼ਿਕ ਲਗਾ ਲਵੇ, ਇੱਕ ਤੇ ਇੱਕ ਚੋਟੀ ਦੇ ਸੰਗੀਤਕਾਰ ਬੈਠੇ ਨੇ, ਇੱਕ ਤੇ ਇੱਕ ਚੋਟੀ ਦੇ ਸਜੰਦੇ ਬੈਠੇ ਨੇ, ਕੋਈ ਬੰਸਰੀ, ਕੋਈ ਵਾਇਲਨ, ਕੋਈ ਸਿਤਾਰ, ਕੋਈ ਤਬਲਾ, ਕੋਈ ਵਾਜਾ, ਕਿੰਨੇ ਸੋਹਣੇ ਵਜਾ ਰਹੇ ਨੇ, ਉਹ ਬੈਠਾ ਸੁਣੀ ਜਾਏ YouTube ਤੇ, ਵਾਜੇ ਸੁਣਨੇ ਨੇ ਨਾ। ਤੇ ਇਹੋ ਜਿਹੇ ਵਾਜੇ ਸੁਣਨ ਦੇ ਨਾਲ ਕੋ ਮੇਰੀ ਜ਼ਿੰਦਗੀ ਚੋਂ ਕ੍ਰੋਧ ਖਤਮ ਹੋ ਜਾਏ, ਨਿੰਦਿਆ ਮੁੱਕ ਜਾਏ, ਬੇਈਮਾਨੀ ਮੁੱਕ ਜਾਏ, ਮੇਰੀ ਜ਼ਿੰਦਗੀ ਚ ਸੱਚ ਆ ਜਾਏ। ਵਾਜਿਆਂ ਦੇ ਨਾਲ ਤੇ ਗੁਣ ਨਹੀਂ ਆਉਂਦੇ ਨਾ, ਇਹਨਾਂ ਗੁਣਾਂ ਨੂੰ ਤੇ ਧਾਰਨ ਕਰਨਾ ਪੈਂਦਾ ਹੈ, ਇਹਨਾਂ ਗੁਣਾਂ ਨੂੰ ਤੇ ਪ੍ਰਗਟ ਕਰਨਾ ਪੈਂਦਾ ਹੈ। ਜੇ ਟੂ ਟੂ ਦੀ ਆਵਾਜ਼ ਹੀ 12 ਸਾਲ ਸੁਣਨੀ ਸੀ ਤੇ ਫਿਰ 12 ਸਾਲ ਤੇ ਵਿਅਰਥ ਗਏ ਨਾ। ਫਿਰ ਇਹੀ ਟੂ ਟੂ ਦੀ ਆਵਾਜ਼ ਸੁਣਨ ਵਾਸਤੇ ਬਾਹਰੋਂ ਵਾਜਾ ਖਰੀਦ ਕੇ ਲੈ ਆਂਦਾ, ਬੈਠਾ ਵਜਾਈ ਜਾਂਦਾ ਟੂ ਟੂ। ਜੋਗੀਆਂ ਨੇ ਇਹ ਕਾਢ ਕੱਢੀ, ਔਰ ਇਹ ਕਾਢ ਸਾਡੇ ਸਿੱਖ ਕੌਮ ਚ ਆ ਗਈ। ਸਾਡੇ ਵੀ ਇਹੋ ਜਿਹੇ ਅਨੇਕਾਂ ਸਿੱਖ ਨੇ ਜਿਹੜੇ ਇਹੋ ਜਿਹੇ ਅਨੰਦ ਵਾਜੇ ਵਜਾਉਣ ਦੀ ਸੋਚਦੇ ਨੇ ਵੀ ਇਹੋ ਜਿਹੀਆਂ ਸਵਾਦੀਆਂ ਲਾਓ, ਇੱਕ ਦਿਨ ਆਏਗਾ ਸਾਡੇ ਅੰਦਰ ਵਾਜੇ ਵੱਜਣ ਲੱਗ ਜਾਣਗੇ। ਇਹ ਜੋਗੀਆਂ ਦੇ ਵਾਜੇ ਸੀ। ਜੋਗੀਆਂ ਦੇ ਕਿਹੜੇ ਵਾਜੇ ਸੀ? ਪੰਜ ਸ਼ਬਦ। ਉਹ ਪੰਜ ਸ਼ਬਦ ਵਜਾਉਂਦੇ ਸਨ। ਪੰਜ ਸ਼ਬਦ ਮੈਨੇ ਪੰਜ ਵਾਜੇ, ਉਹਨਾਂ ਪੰਜ ਵਾਜਿਆਂ ਦੇ ਨਾਮ ਸਨ ਤਤ, ਵਿਰਤ, ਕਨਨਾਦ, ਸੁਹਿਰ। ਤਤ ਮੈਨੇ ਤੰਤੀ ਸਾਜ਼, ਤਾਰਾਂ ਵਾਲੇ ਵਾਜੇ, ਤੰਦਾਂ ਵਾਲੇ ਵਾਜੇ, ਸਿਤਾਰ, ਰਬਾਬ, ਦਿਲਰੂਬਾ, ਵਾਇਲਨ, ਗਿਟਾਰ, ਇਹ ਜਿਹੜੇ ਤਾਰਾਂ ਵਾਲੇ ਵਾਜੇ ਨੇ। ਤਤ, ਵਿਰਤ ਭਾਵ ਇੱਕ ਤਾਰਾਂ ਵਾਲਾ ਵਾਜਾ ਵੱਜਦਾ ਹੋਵੇ, ਦੂਜਾ ਵਿਰਤ ਮੈਨੇ ਚਮੜੇ ਦਾ ਵਾਜਾ ਸਾਜ਼ ਹੋਵੇ ਕੋਈ, ਜਿਵੇਂ ਤਬਲਾ ਹੋ ਗਿਆ, ਢੋਲ ਹੋ ਗਿਆ, ਮ੍ਰਿਦੰਗ ਹੋ ਗਿਆ, ਇਹੋ ਜਿਹੀਆਂ ਚੀਜ਼ਾਂ। ਕੰਨ, ਕੰਨ ਮੈਨੇ ਧਾਤ ਦੇ ਵਾਜੇ, ਜਿਵੇਂ ਕੋਈ ਘੰਟਾ ਵਜਾਏ,
कोई छैने बजाए, कोई चिमटा बजाए, दो धातां टकरांदियां ने, आवाज निकलदी है। इस तरह नाद, नाद मैंने जिहदी पलाड़ विचों आवाज आवे, जिवें कोई घड़ा वजांदा वै ते अंदरों पलाड़ दे विचों दी आवाज आंदी है। सुखिर, सुखिर मैंने फूक वाले वाजे, जिवें कोई बंसरी वजाए, नफीरी वजाए, जां जिवें कोई होर माउथ ऑर्गन वजाए, जां जिवें सैक्सोफोन वजाए, इस तरह के वाजे। हुण जोगी की करदे सी, इहो ਜਿਹੇ 5 वाजे इकट्ठे कर लैंदे सी। एक फूक वाला वजा लैंदे सी संख, एक चमड़े वाला मृदंग वजा लैंदे सी, तंती साज किंगरी वजा लैंदे सी, मुरली लै लैंदे सी, वीणा, इहो ਜਿਹੇ 5 साज इकट्ठे करके वजांदे सी। ਉਹ 5 ਸਾਜ਼ਾਂ ਦੀ ਜਿਹੜੀ ਮਿਲਵੀਂ ਆਵਾਜ਼ ਹੁੰਦੀ ਸੀ, ਉਹਨੂੰ ਕਹਿੰਦੇ ਸੀ ਇਹ ਅਨਹਦ ਆਵਾਜ਼ ਹੈ, ਅਨਹਦ ਆਵਾਜ਼ਾਂ ਦੀ ਆਵਾਜ਼ ਹੈ, ਇਹ ਅਨਹਦ ਧੁਨੀ ਹੈ, ਉਹਨੂੰ ਅਨਹਦ ਧੁਨੀ ਕਹਿੰਦੇ ਸਨ। ਜਿੱਥੇ 5 ਵਾਜੇ ਇਕੱਠੇ ਵੱਜਣ ਲੱਗ ਜਾਂਦੇ ਸਨ, ਉਹਨੂੰ ਕਹਿੰਦੇ ਸੀ ਅਨਹਦ ਧੁਨੀ ਵੱਜ ਰਹੀ ਹੈ। ਤੇ ਇਹੀ ਧੁਨੀ ਅਨਹਦ ਦੀ ਸੁਣ ਲਓ ਧਿਆਨ ਨਾਲ, ਤੁਹਾਡੇ ਅੰਦਰੋਂ ਵੀ ਵੱਜਣੀ ਸ਼ੁਰੂ ਹੋ ਜਾਏਗੀ। ਸਮਾਧੀ ਲਾਓਗੇ ਇਹ ਆਵਾਜ਼ ਆਏਗੀ। ਉਹ ਤੇ ਬਾਹਰੋਂ ਵਾਜੇ ਵਜਾ ਕੇ ਕਹਿੰਦੇ ਸੀ ਅਨਹਦ ਧੁਨੀ ਹੈ, ਤੇ ਸਾਲਾਂ ਬੱਧੀ ਬੈਠੇ ਰਹਿੰਦੇ ਸਨ। ਕਦੀ ਸਮਾਂ ਆਏਗਾ ਇਹ ਟੂੰ ਟੂੰ ਦੀ ਆਵਾਜ਼ ਸਾਡੇ ਅੰਦਰੋਂ ਵੀ ਆਏਗੀ ਤੇ ਅਸੀਂ ਪੱਕੇ ਬ੍ਰਹਮ ਗਿਆਨੀ ਹੋ ਜਾਵਾਂਗੇ, ਪੱਕੇ ਧਰਮੀ ਜੋਗੀ ਹੋ ਜਾਵਾਂਗੇ, ਸਿੱਧ ਬਣ ਜਾਵਾਂਗੇ। ਪਰ ਇਸ ਤਰ੍ਹਾਂ ਕਦੀ ਹੁੰਦਾ ਨਹੀਂ ਹੈ ਕਿ ਅੰਦਰੋਂ ਟੂੰ ਟੂੰ ਦੀਆਂ ਆਵਾਜ਼ਾਂ ਏਦਾਂ ਆਉਣ ਲੱਗ ਜਾਣ। ਜਿਹਦੇ ਅੰਦਰੋਂ ਆਉਂਦੀਆਂ ਨੇ ਉਹਨਾਂ ਨੂੰ ਡਾਕਟਰ ਨੂੰ ਆਪਣਾ ਚੈੱਕਅਪ ਕਰਾਉਣਾ ਚਾਹੀਦਾ ਹੈ। ਕਈ ਸਾਧਾ ਸੰਤਾਂ ਨੇ ਕੰਮ ਕੀਤਾ ਹੋਇਆ ਹੈ। ਅਸੀਂ ਅਨਹਦ ਦੀ ਧੁਨੀ ਸੁਣਾ ਦਿੰਦੇ ਹਾਂ। ਕਿਵੇਂ? ਉਹ ਕੀ ਕਰਦੇ ਨੇ, ਸ਼ਰਧਾਲੂ ਦੇ ਕੰਨਾਂ 'ਚ ਉਂਗਲਾਂ ਧੁੰਨ ਦੇਣਗੇ, ਫਿਰ ਉਹਨੂੰ ਕਹਿਣਗੇ ਕੋਈ ਸੁਣਾਈ ਦਿੰਦਾ ਹੈ? ਤੇ ਸ਼ਰਧਾਲੂ ਕਹੇਗਾ ਹਾਂ ਬਾਬਾ ਜੀ ਸਾਂ ਦੀ ਆਵਾਜ਼ ਆ ਰਹੀ ਹੈ। ਉਹ ਕਹਿੰਦਾ ਇਹੀ ਤੇ ਅਨਹਦ ਧੁਨੀ ਹੈ, ਤੂੰ ਤੇ ਸੁਣ ਲਈ ਅਨਹਦ ਧੁਨੀ, ਅਨਹਦ ਨਾਦ ਨੂੰ ਸੁਣਾਈ ਦੇ ਗਿਆ। ਤੇ ਜੇ ਕੋਈ ਡਾਕਟਰ ਹੁੰਦਾ ਸੀ ਜਾਂ ਮੈਡੀਕਲ ਸਟੂਡੈਂਟ ਹੁੰਦਾ ਸੀ, ਜੇ ਉਹਨੇ ਪੁੱਛ ਲੈਣਾ ਬਾਬਾ ਜੀ ਵੀ ਇਹ ਤੇ ਕੰਨ ਬਾਹਰੋਂ ਬੰਦ ਕਰ ਦਿੱਤੇ, ਹੁਣ ਬਾਹਰਲੀਆਂ ਆਵਾਜ਼ਾਂ ਅੰਦਰ ਜਾ ਨਹੀਂ ਰਹੀਆਂ, ਜਿਹੜੀਆਂ ਅੰਦਰਲੀਆਂ ਆਵਾਜ਼ਾਂ ਨੇ, ਸਾਹ ਦੀ ਆਵਾਜ਼ ਹੈ, ਫੇਫੜਿਆਂ ਦੇ ਵਿੱਚ ਹਵਾ ਚੱਲ ਰਹੀ ਹੈ, ਦਿਲ ਧੜਕਦਾ ਹੈ, ਬਲੱਡ ਸਰਕੂਲੇਸ਼ਨ ਹੋ ਰਿਹਾ ਵੈ, ਇਹ ਸਾਰੀਆਂ ਆਵਾਜ਼ਾਂ ਤੇ ਦਿਲ ਦੀ ਧੜਕਣ ਦੀਆਂ ਨੇ, ਫੇਫੜਿਆਂ ਦੀਆਂ ਨੇ, ਹਵਾ ਦੀਆਂ ਨੇ, ਆਕਸੀਜਨ ਦੀਆਂ ਨੇ, ਤੇ ਅੰਦਰ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ। ਤੇ ਉਹਨੂੰ ਫਿਰ ਕਹਿੰਦੇ ਨੇ ਦੇਖ ਲੈ, ਜੇ ਬਾਹਰ ਜਾ ਕੇ ਤੂੰ ਕਿਹਾ ਨਾ ਮੈਨੂੰ ਅਨੰਦ ਨਾਦ ਨਹੀਂ ਸੁਣਾਈ ਦਿੱਤਾ, ਫਿਰ ਅਸੀਂ ਕਹਿ ਦਾਂਗੇ ਘੋਰ ਪਾਪੀ ਹੈ, ਜਨਮਾਂ ਜਨਮਾਂਤਰਾਂ ਦਾ ਪਾਪੀ, ਇਹਨੂੰ ਅਨੰਦ ਧੁਨੀ ਨਹੀਂ ਸੁਣਾਈ ਦੇਗੀ, ਤੇ ਲੋਕ ਬੜੀ ਤੇਰੀ ਬੇਇੱਜ਼ਤੀ ਕਰਨਗੇ। ਹੁਣ ਤੇਰੀ ਇੱਜ਼ਤ ਤੇਰੇ ਹੱਥ 'ਚ ਹੈ। ਜੇ ਬਾਹਰ ਜਾ ਕੇ ਕਹਿ ਦਿੱਤਾ ਨਾ ਮੈਂ ਅਨੰਦ ਨਾਦ ਸੁਣ ਕੇ ਆਇਆ, ਤੇ ਤੇਰੀ ਬੜੀ ਪੂਜਾ ਮਾਨਤਾ ਹੋਏਗੀ, ਲੋਕ ਤੇਰਾ ਸਤਿਕਾਰ ਕਰਨਗੇ। ਬੰਦਾ ਸੋਚਦਾ ਕਿਤੇ ਫਸ ਗਿਆ। ਇਹੋ ਜਿਹਾ ਪੜ੍ਹਿਆ ਲਿਖਿਆ ਫਿਰ ਬਾਹਰ ਆ ਕੇ ਕਹਿ ਦਿੰਦਾ ਹੈ ਬਾਬਾ ਜੀ ਨੇ ਮੈਨੂੰ ਅਨੰਦ ਨਾਦ ਅੰਦਰੋਂ ਸੁਣਾ ਦਿੱਤਾ। ਤੇ ਭੋਲੇ ਭਾਲੇ ਅਨਪੜ੍ਹ ਲੋਕ ਆਖਦੇ ਨੇ ਵੀ ਅਸ ਪੜ੍ਹਿਆ ਲਿਖਿਆ ਸਿਆਣਿਆਂ ਬਿਨਾਂ ਝੂਠ ਥੋੜੇ ਬੋਲਦਾ ਹੈ। ਏਡਾ ਪੜ੍ਹਿਆ ਲਿਖਿਆ ਜੇ ਇਹਨੂੰ ਧੁਨੀ ਸੁਣਾਈ ਦੇਗੀ, ਦੇ ਗਈ ਹੈ, ਤੇ ਸਾਨੂੰ ਵੀ ਸੁਣਾਈ ਦੇਗੀ। ਏਦਾਂ ਹੀ ਜੋਤ, ਅੰਦਰੋਂ ਜੋਤ ਦੇ ਦਰਸ਼ਨ ਹੋ ਜਾਣਗੇ। ਉਹ ਕੀ ਕਰਦੇ ਨੇ, ਅੱਖਾਂ ਨੂੰ ਚੰਗੀ ਤਰ੍ਹਾਂ ਘੁੱਟ ਦਿੰਦੇ ਨੇ। ਜਦੋਂ ਅੱਖਾਂ ਨੂੰ ਘੁੱਟਦੇ ਨੇ, ਪ੍ਰੋਪਰ ਆਕਸੀਜਨ ਬਲੱਡ ਵਗੈਰਾ ਨਹੀਂ ਪਹੁੰਚਦਾ ਅੱਖਾਂ ਤੱਕ, ਤੇ ਅੱਖਾਂ ਖੋਲਦੇ ਨੇ, ਫਿਰ ਕੁਝ ਦਿਖਾਈ ਦਿੰਦਾ ਤੈਨੂੰ? ਉਹ ਕਹਿੰਦਾ ਜੀ ਭੰਬੂ ਤਾਰੇ ਨਜ਼ਰ ਆ ਰਹੇ ਨੇ। ਹੁਣ ਬਲੱਡ ਸਰਕੂਲੇਸ਼ਨ ਜਾਂ ਆਕਸੀਜਨ ਉਹਨੂੰ ਮਿਲਣੀ ਬੰਦ ਹੋ ਗਈ, ਬਲੱਡ ਮਿਲਣਾ ਬੰਦ ਹੋ ਗਿਆ ਅੱਖਾਂ ਨੂੰ, ਹੁਣ ਭੰਬੂ ਤਾਰੇ ਦਿਸਣੇ ਨੇ, ਅੱਖਾਂ ਨੇ ਚੰਗੀ ਤਰ੍ਹਾਂ ਦੇਖ ਨਹੀਂ ਸਕਣਾ। ਸ਼ਰਧਾਲੂ ਨੇ ਕਹਿਣਾ ਜੀ ਭੰਬੂ ਤਾਰੇ ਨਜ਼ਰ ਆ ਰਹੇ ਨੇ, ਉਹਨਾਂ ਨੇ ਕਹਿਣਾ ਇਹੀ ਤੇ ਜੋਤ ਹੈ, ਜੋਤ ਦੇ ਦਰਸ਼ਨ ਹੋ ਗਏ। ਤੇ ਜੇ ਕੋਈ ਪੜ੍ਹਿਆ ਲਿਖਿਆ ਕਵੇ ਜੋਤ ਇਹ ਨਹੀਂ ਹੈ, ਉਹਨੂੰ ਕਹਿੰਦੇ ਨੇ ਤੂੰ ਘੂਰ ਪਾਪੀ। ਇਸ ਤਰ੍ਹਾਂ ਠੱਗਿਆ ਜਾਂਦਾ ਹੈ ਲੋਕਾਂ ਨੂੰ ਅਨੰਦ ਨਾਦ ਦੇ ਨਾਮ ਤੇ ਜੋਤ ਦੇ ਨਾਮ ਤੇ। ਕਿਹੜੀ ਜੋਤ ਲੱਭ ਰਹੇ ਹਾਂ ਅਸੀਂ ਅੰਦਰੋਂ? ਇੱਕ ਤੇ ਸਰੀਰ ਅੰਦਰ ਜੋਤ ਹੈ, ਇਹ ਸਰੀਰ ਆ ਮੇਰੇ ਹਰ ਤੋਂ ਮੈਂ ਜੋਤ ਧਰੀ, ਇੱਕ ਤੇ ਇਹ ਜੋਤ ਹੋ ਗਈ। ਫਿਰ ਇਹ ਨੇਤਰੋਂ ਮੇਰੇ ਹਰ ਤੋਂ ਮੈਂ ਜੋਤ ਧਰੀ, 2 ਜੋਤਾਂ ਇਹ ਹੋ ਗਈਆਂ, 3 ਤੇ ਹੀ ਹੋ ਗਈਆਂ ਜੋਤਾਂ। ਫਿਰ ਰੋਮ ਰੋਮ ਸਾਰੇ ਜੋਤ ਹੀ ਨੇ, ਇੱਕ ਇੱਕ ਰੋਮ ਜੋਤ ਹੈ, ਲੱਖਾਂ ਕਰੋੜਾਂ ਜੋਤਾਂ ਨੇ। ਕਿਹੜੀ ਜੋਤ ਦੀ ਅਸੀਂ ਖੋਜ ਕਰ ਰਹੇ ਹਾਂ? ਕਿਹੜੀ ਅਨੰਦ ਧੁਨੀ ਦੀ ਖੋਜ ਕਰ ਰਹੇ ਹਾਂ? ਅਨੰਦ ਸ਼ਬਦ ਬਣਿਆ ਹੈ, ਇਹਦਾ ਮੂਲ ਸ਼ਬਦ ਹੈ ਆਹਤ। ਆਹਤ ਮੈਨੇ ਚੋਟ, ਮੇਰੀਆਂ ਭਾਵਨਾਵਾਂ ਆਹਤ ਹੋ ਗਈਆਂ, ਸੱਟ ਲੱਗ ਗਈ ਮੇਰੀਆਂ ਭਾਵਨਾਵਾਂ ਨੂੰ, ਉਹਨੇ ਫਲਾਣੇ ਨੂੰ ਆਹਤ ਕਰ ਦਿੱਤਾ, ਮੈਨੇ ਸੱਟ ਪਹੁੰਚਾ ਦਿੱਤੀ, ਚੋਟ ਪਹੁੰਚਾ ਦਿੱਤੀ ਉਹਨੂੰ। ਆਹਤ ਕਹਿੰਦੇ ਨੇ ਸੱਟ ਨੂੰ, ਜਿੱਥੇ 2 ਚੀਜ਼ਾਂ ਟਕਰਾਂਦੀਆਂ ਨੇ ਉਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਆਹਤ। ਜਿਹੜੇ ਜੋਗੀ ਕਹਿ ਰਹੇ ਨੇ ਚਿਮਟੇ ਅਸੀਂ ਵਜਾਉਂਦੇ ਹਾਂ ਅਨੰਦ ਹੈ, ਉਹ 2 ਧਾਤਾਂ ਆਪਸ ਵਿੱਚ ਟਕਰਾਂਦੀਆਂ ਨੇ ਤੇ ਆਵਾਜ਼ ਨਿਕਲਦੀ, ਉਹ ਆਹਤ ਹੈ। ਅਨ ਆਹਤ ਨਹੀਂ ਹੈ। ਅਨ ਆਹਤ ਤੋਂ ਅਨਾਹਦ ਬਣਿਆ, ਉੱਥੋਂ ਹੀ ਅਨਹਦ ਬਣਿਆ। ਜਿੰਨੀਆਂ ਵੀ ਧਰਤੀ ਦੀਆਂ ਆਵਾਜ਼ਾਂ ਨੇ 2 ਚੀਜ਼ਾਂ ਦੇ ਟਕਰਾਓ ਤੋਂ ਬਣਦੀਆਂ ਨੇ। ਮੈਂ ਬੋਲ ਰਿਹਾ ਹਾਂ, ਮੇਰੇ ਗਲੇ 'ਚ 2 ਤੰਤੂ ਨੇ,
ਹਵਾ ਉਹਨਾਂ ਨਾਲ ਟਕਰਾਂਦੀ ਹੈ, ਤੰਤੂਆਂ ਦੀ ਆਵਾਜ਼ ਬਣ ਜਾਂਦੀ ਹੈ, ਆਵਾਜ਼ ਬਣ ਜਾਂਦੀ ਦੋ ਤੰਤੂਆਂ ਦੇ ਟਕਰਾਓ ਦੇ ਨਾਲ। ਜਦੋਂ ਆਵਾਜ਼ ਬਣਦੀ ਹੈ, ਮੇਰੀ ਜੀਭ, ਮੇਰੇ ਦੰਦ, ਮੇਰਾ ਮੂੰਹ ਉਹਨੂੰ ਆਵਾਜ਼ ਨੂੰ ਇੱਕ ਵੱਖਰੀ ਸ਼ੇਪ ਦੇ ਦਿੰਦਾ ਹੈ, ਆਕਾਰ ਦੇ ਦਿੰਦਾ ਹੈ, ਉਹਦੇ ਨਾਲ ਅੱਖਰ ਬਣ ਜਾਂਦੇ ਨੇ। ਦੁਨੀਆ ਦੀ ਕੋਈ ਆਵਾਜ਼ ਅਨਾਹਦ ਨਹੀਂ ਹੈ, ਸਾਰੀਆਂ ਟਕਰਾਓ ਤੋਂ ਪੈਦਾ ਹੋਈਆਂ ਆਵਾਜ਼ਾਂ ਨੇ। ਇੱਕ ਉਹ ਆਵਾਜ਼ ਜਿਹੜੀ ਅਨਾਹਤ ਹੈ, ਬਿਨਾਂ ਟਕਰਾਓ ਤੋਂ ਪੈਦਾ ਹੋਈ ਆਵਾਜ਼, ਅਨਾਹਦ, ਉਹ ਹੈ ਰੱਬੀ ਯਾਦ। ਮੇਰੇ ਅੰਦਰ ਮੈਨੂੰ ਰੱਬ ਦੀ ਯਾਦ ਆ ਗਈ। ਹੁਣ ਕੋਈ ਚੀਜ਼ ਟਕਰਾਈ ਨਹੀਂ ਹੈ, ਪਰ ਯਾਦ ਪੈਦਾ ਹੋ ਗਈ ਨਾ। ਇਹ ਯਾਦ ਜਿਹੜੀ ਹੈ, ਇਹ ਅਨਹਦ ਆਵਾਜ਼ਾਂ ਹੈ, ਬਿਨਾਂ ਟਕਰਾਓ ਤੋਂ ਆਵਾਜ਼ ਹੈ। ਇਹ ਮੇਰੇ ਅੰਦਰ ਪ੍ਰਭੂ ਦੀ ਆਵਾਜ਼ ਪੈਦਾ ਹੋ ਗਈ। ਮੈਂ ਰੱਬ ਨੂੰ ਯਾਦ ਕੀਤਾ, ਰੱਬੀ ਯਾਦ, ਅਨਹਦ ਦੀ ਆਵਾਜ਼ ਹੈ, ਬਿਨਾਂ ਟਕਰਾਓ ਤੋਂ ਪੈਦਾ ਕੀਤੀ ਹੋਈ ਇੱਕ ਵਿਚਾਰ ਪ੍ਰਭੂ ਦਾ। ਸੋਚ ਵਿੱਚ ਰੱਬ ਯਾਦ ਆ ਜਾਣਾ, ਉਹਦੀ ਜ਼ਿੰਦਗੀ ਵਿੱਚ ਦਿਨ ਰਾਤ ਰੱਬੀ ਯਾਦ ਬਣੀ ਰਹਿੰਦੀ ਹੈ। ਰੱਬੀ ਯਾਦ ਦੇ ਵਾਜੇ ਵੱਜਦੇ ਰਹਿੰਦੇ ਨੇ। ਉਹ ਵਾਜੇ ਵੱਜਦੇ ਨੇ ਜਿਹੜੇ ਬਿਨਾਂ ਟਕਰਾਓ ਤੇ ਨੇ। ਇਹ ਨਹੀਂ ਵੀ ਆਵਾਜ਼ਾਂ ਆਉਂਦੀਆਂ ਨੇ, ਕੰਨ ਸਿਰਫ ਬਾਹਰਲੀਆਂ ਟਕਰਾਓ ਦੀਆਂ ਆਵਾਜ਼ਾਂ ਸੁਣ ਸਕਦੇ ਨੇ, ਹੋਰ ਕੁਝ ਨਹੀਂ ਸੁਣ ਸਕਦੇ। ਤੇ ਜਿਹੜੀ ਯਾਦ ਟਕਰਾਓ ਹੀ ਨਹੀਂ ਹੈ, ਉਹਦੀ ਆਵਾਜ਼ ਕੰਨ ਕਿੱਥੋਂ ਸੁਣਨਗੇ? ਇਹ ਜੋਗੀ ਤੂੰ ਬਾਹਰੋਂ ਸਾਜ਼ ਵਜਾਨਾ ਹੈ ਤੇ ਕਹਿੰਦਾ ਅਨਾਹਦ, ਅਨਾਹਤ ਤੇ ਸਾਡਾ ਹੈ। ਤੇਰੇ ਸਾਜ਼ਾਂ ਦੀ ਆਵਾਜ਼ਾਂ ਟਕਰਾ ਕੇ ਆਵਾਜ਼ ਪੈਦਾ ਕਰਦੀਆਂ ਨੇ, ਸਾਡੇ ਤੇ ਬਿਨਾਂ ਟਕਰਾਓ ਤੋਂ ਰੱਬੀ ਯਾਦ ਚੱਲੀ ਜਾਂਦੀ ਹੈ। ਸਾਡਾ ਹੈ ਅਨਹਦ ਵਾਜਾ, ਜਿਹਦੀ ਜ਼ਿੰਦਗੀ 'ਚ ਗੁਰੂ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ। ਦਿਨ ਰਾਤ ਰੱਬੀ ਯਾਦ ਦੇ ਵਾਜੇ ਵੱਜੀ ਜਾਂਦੇ ਨੇ। ਐਨਸ ਬਾਜੇ, ਅਨਹਦ ਤੂਰ, ਦਿਨ ਰਾਤ ਰੱਬੀ ਯਾਦ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਰੱਬ ਦੇਖ ਲਿਆ। ਦੇਖਿਆ ਤਿਹੂੰ ਲੋਕ ਕਾ ਪੀਓ, ਜਿਹੜਾ ਤਿੰਨਾਂ ਲੋਕਾਂ 'ਚ ਵਸਦਾ ਪ੍ਰਭੂ, ਉਹਨਾਂ ਨੇ ਆਪਣੇ ਅੰਦਰ ਦੇਖ ਲਿਆ ਕਿ ਮੇਰੇ ਅੰਦਰ ਰੱਬ ਹੀ ਤੇ ਵਸਦਾ ਹੈ, ਉਹਦੇ ਤੋਂ ਬਿਨਾਂ ਕੌਣ ਹੈ? ਪ੍ਰਭੂ ਹੀ ਹੈ। ਅਚਰਜ ਭਇਆ ਜੀਵ ਤੇ ਸੀਓ, ਅਚਰਜ ਭਇਆ। ਅਚਰਜ ਮੈਨੇ ਇਹਦਾ ਪਾਠ ਦਾ ਉਚਾਰਨ ਅਚਰਜ ਨਹੀਂ ਹੈ। ਅਚ ਅਲੱਗ ਹੋ ਜਾਏਗਾ, ਪ੍ਰੀਫਿਕਸ ਅਗੇਤਰ ਰੱਜ ਅਲੱਗ ਹੋ ਜਾਏਗਾ। ਰੱਜ ਕੋਈ ਸ਼ਬਦ ਨਹੀਂ ਜਿਹਦੇ ਅੱਗੇ ਅਗੇਤਰ ਲੱਗ ਸਕੇ। ਚਰਜ ਸ਼ਬਦ ਹੈ। ਚਰਜ ਮੈਨੇ ਹੋਣੀ, ਹੋਣ ਵਾਲੀ, ਵੀ ਜਿਹੜੀ ਹੋਣੀ ਹੋਣਾ ਹੀ ਹੋਣਾ, ਚਰਜ ਹੈ। ਅੱਗੇ ਲੱਗ ਗਿਆ ਪ੍ਰੀਫਿਕਸ ਅਗੇਤਰ ਐੜਾ ਅਚਰਜ, ਜਿਹੜੀ ਅਣਹੋਣੀ ਹੋਵੇ, ਜਿਹੜੀ ਕਦੀ ਹੋਈ ਨਾ ਹੋਵੇ, ਅਦਭੁਤ, ਉਹਨੂੰ ਕਹਿੰਦੇ ਨੇ ਅਚਰਜ। ਇਹਦਾ ਉਚਾਰਨ ਅਚਰਜ ਹੋਏਗਾ। ਸੁਖਮਨੀ ਸਾਹਿਬ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ ਅਚਰਜ। ਸਾਧ ਜਨਾ ਕੀ ਅਚਰਜ ਕਥਾ, ਉੱਥੇ ਅਚਰਜ ਪਾਠ ਗਲਤ ਹੈ। ਅਚਰਜ ਮੈਨੇ ਅਦਭੁਤ। ਅਚਰਜ ਭਇਆ ਜੀਵ ਤੇ ਸੀਓ, ਜੀਵ ਤੇ ਸੀਓ। ਹੁਣ ਅਦਭੁਤ ਹੋ ਗਿਆ, ਜੀਵ ਤੋਂ ਉਹ ਪ੍ਰਭੂ ਹੋ ਗਿਆ। ਸੀ ਜੀਵ, ਸੀਓ ਮੈਨੇ ਸ਼ਿਵ ਪ੍ਰਭੂ ਰੂਪ ਬਣ ਗਿਆ। ਅਦਭੁਤ ਹੋ ਗਿਆ ਉਹੀ ਜੀਵ ਜਿਹੜਾ ਰੱਬ ਨੂੰ ਸਾਰੀਆਂ ਦਿਸ਼ਾਵਾਂ ਤੋਂ ਖੋਜਦਾ ਫਿਰਦਾ ਸੀ। ਜਦੋਂ ਉਹਨੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਆ ਤੇ ਖੁਦ ਹੀ ਰੱਬ ਦਾ ਰੂਪ ਹੋ ਗਿਆ। ਉਹਨੂੰ ਪਤਾ ਲੱਗ ਗਿਆ ਕਿ ਮੂਲ ਤੇ ਮੇਰਾ ਪ੍ਰਭੂ ਹੀ ਹੈ, ਮੈਂ ਪ੍ਰਭੂ ਦੀ ਹੀ ਅੰਸ਼ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ਼। ਹੁਣ ਉਹ ਪਾਣੀ ਚੋਂ ਆਪਣਾ ਮੂੰਹ ਦੇਖੇਗਾ, ਰੱਬ ਹੀ ਤੇ ਦਿਸੇਗਾ ਉਹਨੂੰ। ਪਾਣੀ ਮਹਿ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਮੀਠ ਐਸਾ, ਰੱਬ ਹੀ ਤੇ ਹੈ। ਕਬੀਰ ਜਾਕੋ ਖੋਜਤੇ ਪਾਇਓ ਸੋਈ ਠੋਰ, ਜਿਹਨੂੰ ਖੋਜਦੇ ਫਿਰਦੇ ਸੀ, ਜਿੱਥੇ ਖੜਾ ਸੀ ਉੱਥੇ ਹੀ ਮਿਲ ਗਿਆ, ਕਿਤੇ ਜਾਣ ਦੀ ਲੋੜ ਹੀ ਨਹੀਂ ਪਈ। ਪਾਇਓ ਸੋਈ ਠੋਰ, ਸੋਈ ਫਿਰ ਕੇ ਤੂੰ ਭਇਆ ਜਾਕੋ ਕਹਿਤਾ ਔਰ, ਜਿਹਨੂੰ ਹੋਰ ਕਹਿੰਦਾ ਸੀ ਉਹ ਤੂੰ ਹੀ ਬਣ ਗਿਆ, ਤੂੰ ਰੱਬ ਹੀ ਹੋ ਗਿਆ। ਸੋਈ ਫਿਰ ਕੇ ਤੂੰ ਭਇਆ, ਮੁੜ ਕੇ ਤੂੰ ਉਹੀ ਰੱਬ ਹੋ ਗਿਆ। ਜਿਵੇਂ ਮਾਨੋ ਸੋਨੇ ਦਾ ਕੜਾ ਰਿੜਿਆ ਜਾਏ, ਕੋਈ ਪੁੱਛੇ ਇਹ ਕੜਿਆ ਕਿੱਥੇ ਜਾ ਰਹੇ ਹੈ, ਉਹ ਕਹੇਗਾ ਮੈਂ ਸੋਨੇ ਨੂੰ ਲੱਭਣ ਜਾ ਰਿਹਾ। ਸਿਆਣਾ ਬੰਦਾ ਹੱਸ ਕੇ ਕਹੇਗਾ ਕੜਿਆ ਤੂੰ ਹੀ ਤੇ ਸੋਨਾ, ਕਿਹਨੂੰ ਲੱਭ ਰਿਹਾ, ਤੂੰ ਕਿੱਧਰ ਲੱਭਣ ਜਾ ਰਿਹਾ ਹੈ, ਤੂੰ ਹੀ ਤੇ ਸੋਨਾ ਹੈ। ਜੀਵ ਵੀ ਰੱਬ ਨੂੰ ਲੱਭਣ ਜਾ ਰਿਹਾ ਹੈ, ਤੇ ਜੀਵ ਦੇ ਅੰਦਰ ਹੀ ਤੇ ਰੱਬ ਹੈ। ਰੱਬ ਦਾ ਹੀ ਤੇ ਰੂਪ ਹੈ ਜੀਵ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੰਬੰਧੇ, ਉਸੇ ਦਾ ਤੇ ਨੂਰ ਨੇ ਸਾਰੇ, ਉਹਦੇ ਤੋਂ ਬਿਨਾਂ ਕੌਣ ਹੈ? ਪ੍ਰਭੂ ਹੀ ਫੈਲਿਆ ਹੋਇਆ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਸ ਰੱਬ ਨੂੰ ਬਾਹਰੋਂ ਦਸਾਂ ਦਿਸ਼ਾਵਾਂ ਚੋਂ ਖੋਜਦੇ ਫਿਰਦੇ ਸੀ, ਉਹ ਜਿਹੜਾ ਜੀਵ ਖੋਜ ਰਿਹਾ ਸੀ, ਉਹਨੂੰ ਆਪ ਹੀ ਰੱਬ ਦਾ ਰੂਪ ਹੋ ਗਿਆ। ਅਬ ਤੂੰ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ, ਇੱਕ ਹੋ ਗਏ। ਅਚਰਜ ਭਇਆ ਜੀਵ ਤੇ ਸੀਓ, ਅਦਭੁਤ ਹੋ ਗਿਆ ਉਹ ਜੀਵ, ਰੱਬ ਹੋ ਗਿਆ, ਪ੍ਰਭੂ ਦਾ ਰੂਪ ਹੋ ਗਿਆ। ਤੇਰਸ ਤੇਰੇ ਅਗੰਮ ਬਖਾਣ,
तेरस मस्या तो अगे 13वां दिन, जिन्हों त्रोदशी भी कह दिंदे आ। 13 अगम बखान, 13 अगम। वैसे तो प्रोफेसर साहब सिंह जी ने इत्थे अर्थ किया है 13 मैंने मस्या तो अगला 13वां दिन, ਉਹਦੇ ਲਈ 13 शब्द आ चुकिया है। दोबारा 13 कहने की लोड़ नहीं है, पर इत्थे प्रोफेसर साहब सिंह जी 13 का अर्थ कर रहे हैं 13वां दिन। अगम का मतलब जिद तक पहुंच नहीं हो सकती, अपहुंच प्रभु। बखान मैंने बखाने उचारदा है। पर अगम जिहड़ा शब्द है वो हिंदू मत के ग्रंथां वास्ते भी आया है। भाई कान सिंह जी नाभा होरां ने इत्थे इन्हां नूं ग्रंथां दे नाल जोड़िया है। 13 ग्रंथ, वो 13 ग्रंथ जिहड़े वो किहड़े ने? वो 13 ग्रंथ ने, 4 वेद ने, 6 शास्त्र ने, ये हो गए 10, फिर सिमरतियां, पुराण ते तंत्र शास्त्र 3 ये हो गए 13, भाव 13 तरह के ग्रंथ। 4 जिहड़े वेद ने उन्हां चारां दी विचारधारा वक्खो वक्खरी है। 6 शास्त्र ने उन्हां दी विचारधारा वक्खो वक्खरी है। 6 शास्त्र 4 वेद 10 ये हो गए। सिमरतियां, सिमरतियां भी उन्हां दे ग्रंथ ने जिहड़ियां याद विच सन, याद कीतियां होईयां गल्लां नूं लिखिया जिन्हां ने, वो सिमरतियां खवाइयां। 11 हो गए। पुराण जिहड़े ने 27, 108 पुराण जिहड़े ने, 27 सिमरतियां, 108 पुराण, पुराण ग्रंथ हो गए, वो भी उन्हां दे अगम ने। ते अगे है तंत्र शास्त्र जिहड़े ने। इस तरह 13 अगम बखान, भाव 13 ग्रंथां नूं, 13 तरह के ग्रंथां नूं वखाणन वाला जिहड़ा है मनुख। भाई कान सिंह जी ने इस तरह अर्थ दे कीते ने। 13 अगम बखान, अर्थ कोई भी ले लो, गुरमत सिद्धांत नहीं जाना चाहिए। जे प्रोफेसर साहब सिंह का भी अर्थ ले लीए, अगम जिहड़ा अपहुंच परमात्मा है, बखान जिहड़ा उहनूं उचारदा है, उहदा व्याख्यान करदा है। अर्ध उर्ध विच सम पहचान, अर्ध मैंने थले, उर्ध मैंने ऊपर, ऊपर तो लैके थले तक सारियां दे विचकार वो एक प्रभु नूं पछाण लैंदा है। नीच ऊच नहीं, मान अमान। फिर ओदी नज़रां दे विच कोई नीच नहीं रह जांदा, कोई ऊच नहीं रह जांदा, ਉਹਨੂੰ कोई नीवा ते उच्चा नहीं दिसदा। किसी वालों मान मिल जाए तां भी वो सम है, किसी वालों अपमान मिल जाए तां भी सम है। ਉਹਦੀ जिंदगी दोनों तरह बराबर है। ये जिहड़ा शब्द है मान अमान, हथ लिखत पुरातन जिहड़ियां बीड़ा ने उन्हां विच पप्पा विचकार हैगा, मान अमान की थां ते अपमान शब्द ਉਹਦੇ ਵਿੱਚ दर्ज हैगा। प्रिंटेड बीड़ां दे विच अमान शब्द मिलदा है, हथ लिखत बीड़ां विच अपमान, ऊच नीच नहीं, मान अपमान, इस तरह जिक्र मिलता है। पर इत्थे है अमान, भाव ऊच नीच दे विच मान मैंने मान, अमान मैंने जिथे मान नहीं, निरादरी बेइज्जती। भाव उस मनुख दी नज़रां च कोई नीवा नहीं, कोई उच्चा नहीं, किसी दा मान उन्होंने पो नहीं सकता। कोई मान ना करे, अमान निरादरी दे देवे ते तां वी उहदी जिंदगी एक सार रहिंदी है। अमान शब्द मान तो बिना, ये पहली बार गुरु ग्रंथ साहिब च इस तरह आया है कि जिथे मान नहीं है, अमान मैंने निरादरी। आम तौर पर अमान जिहड़ा है गुरबाणी च अमानत वास्ते आया है। पराई अमान क्यों रखी है, दित्ती सुख होए, अमान मैंने अमानत। पर इत्थे अमान पहली दफा जिहड़ा है वो मान तो रहत वास्ते शब्द आया इत्थे। पर हथ लिखत पीड़ा में उत्थे अमान शब्द मिलता, अपमान शब्द मिलता है। 14 लोक मझार, 14 मस्या तो अगे 14वां दिन, 14 लोक मझार। 14 लोक, 14 लोक मैंने 7 आकाश दे लोक ते 7 पताल दे लोक, ये मन्ने जाते हैं। सनातन मत दे विच 14 लोक जिहड़े मन्ने जाते हैं, उन्हां दे बकायदा नाम ने। जिहड़े आकाश दे 7 लोक ने, 7 आकाश जिन्होंने कहंदे ने, उन्हां दे नाम ने भू, भुव, स्व, मह, जन, तपह और सत्य। जिहड़े पताल दे 7 पताल मन्ने जाते हैं, वो अतल, सुतल, वितल, गर्भ तल, जिन्होंने तलातल भी कहते हैं, महातल, रसातल ते पाताल। ये ज्योतिष के ग्रंथों के विच इन्हां दा जिक्र है। भगत कबीर जी ने सिर्फ मुहावरे वजों वरतिया कि भावें हुण आकाश दे लोक, भावें पताल दे, भाव पूरी दुनिया, सारी दुनिया दे विच वो प्रभु ही समाया होया है। 14 लोक मझार, रोम रोम में बसे मुरार, हर एक रोम, 14 लोकां दे जिन्ने भी लोक ने उन्हां सारियां विच
ਸ੍ਰਿਸ਼ਟੀ ਦੇ ਜ਼ਰੇ ਜ਼ਰੇ ਦੇ ਵਿੱਚ ਮੁਰਾਰ ਪ੍ਰਭੂ ਹੀ ਵਸ ਰਹੇ ਹਨ। ਸਤ ਸੰਤੋਖ ਕਾ ਧਰੋ ਧਿਆਨ, ਸਤ ਸੰਤੋਖ ਕਾ ਧਰੋ ਧਿਆਨ ਭਾਵ ਤੁਹਾਡਾ ਧਿਆਨ ਸੱਚ ਵਿੱਚ ਹੋਵੇ, ਸੰਤੋਖ ਵਿੱਚ ਹੋਵੇ। ਇਹਨੂੰ ਆਪਣੀ ਯਾਦ ਵਿੱਚ ਲੈ ਆਓ। ਤੁਹਾਡੀ ਜ਼ਿੰਦਗੀ 'ਚ ਸੱਚ ਹੋਣਾ ਚਾਹੀਦਾ ਹੈ। ਸੱਚ ਦੇ ਬੇਸ ਤੇ ਆਪਣੀ ਜ਼ਿੰਦਗੀ ਨੂੰ ਜੀਓ ਤੇ ਜੋ ਪ੍ਰਭੂ ਦੇ ਦੇਵੇ ਉਹਦੇ ਸ਼ੁਕਰਾਨੇ 'ਚ ਰਹੋ। ਇਹ ਸੰਤੋਖ ਦਾ ਗੁਣ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਚਾਹੀਦਾ ਹੈ। ਕਥਨੀ ਕਥੀਐ ਬ੍ਰਹਮ ਗਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਕਥਨੀ ਕਥੀਐ ਮੈਨੇ ਕਥਨ ਕਰਨਾ ਭਾਵ ਪ੍ਰਭੂ ਦੀ ਸੂਝ ਪੈਦਾ ਕਰਨੀ, ਰੱਬ ਦੀ ਸਿਫਤ ਸਲਾਹ ਦੀਆਂ ਗੱਲਾਂ ਕਰਨੀਆਂ। ਉਸ ਪ੍ਰਭੂ ਬ੍ਰਹਮ ਗਿਆਨ, ਉਸ ਬ੍ਰਹਮ ਦਾ ਗਿਆਨ ਹਾਸਲ ਕਰਨਾ ਭਾਵ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ, ਉਸ ਪ੍ਰਭੂ ਦੇ ਸਹੀ ਸਰੂਪ ਦੀ ਤੁਹਾਨੂੰ ਸੋਝ ਪੈਦਾ ਹੋ ਜਾਏ। ਉਦੋਂ ਕੀ ਹੋਏਗਾ? ਜ਼ਿੰਦਗੀ ਵਿੱਚ ਇੰਨਾ ਪ੍ਰਕਾਸ਼ ਹੋ ਜਾਏਗਾ, ਇੰਨੇ ਸ਼ੁਭ ਗੁਣ ਪੈਦਾ ਹੋ ਜਾਣਗੇ, ਮਾਨੋ ਜਿਵੇਂ ਪੁੰਨਿਆ ਦਾ ਚੰਦਰਮਾ। ਇੱਥੇ ਹੁਣ ਭਗਤ ਜੀ ਸਮਾਪਤੀ ਕਰ ਰਹੇ ਨੇ। ਪੁੰਨਿਓ ਪੂਰਾ ਚੰਦ ਆਕਾਸ਼, ਪੁੰਨਿਓ ਮੈਨੇ ਪੁੰਨਿਆ ਪੂਰਨਮਾਸ਼ੀ। ਮੱਸਿਆ ਤੋਂ ਅਗਲੇ 15 ਦਿਨ ਬਾਅਦ 15ਵਾਂ ਦਿਨ ਫਿਰ ਪੁੰਨਿਆ ਆ ਜਾਂਦੀ ਹੈ, ਜਦੋਂ ਚੰਦਰਮਾ ਕੰਪਲੀਟ ਹੋ ਜਾਂਦਾ ਹੈ। ਫਿਰ ਜ਼ਿੰਦਗੀ ਵਿੱਚ ਉਹ ਚੰਦਰਮਾ ਦਾ ਪ੍ਰਕਾਸ਼ ਪੈਦਾ ਹੋ ਜਾਏਗਾ ਜਿਹੜਾ ਪੂਰਨ ਹੈ। ਪੂਰਨ ਜਿਹੜਾ ਚੰਦਰਮਾ ਹੈ ਭਾਵ ਗੁਰੂ ਦਾ ਪ੍ਰਕਾਸ਼ ਉਹਦੀ ਜ਼ਿੰਦਗੀ 'ਚ ਆ ਜਾਏਗਾ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਇੱਕ ਤੁਕ ਆਂਦੀ ਉਹਦੇ ਵਿੱਚ, ਚੰਦ ਸੂਰਜ ਦੋਏ ਦੀਪਕ ਰਾਖੇ, ਸੱਸ ਘਰ ਸੂਰ ਸਮਾਇਂਦਾ। ਪਹਿਲਾਂ ਇਹਦੇ ਅਰਥ ਗੋਲ-ਮੋਲ ਕੀਤੇ ਜਾਂਦੇ ਸਨ। ਸੱਸ ਘਰ ਸੂਰ ਸਮਾਇਂਦਾ, ਸੱਸ ਮੈਨੇ ਚੰਦਰਮਾ, ਸੂਰ ਮੈਨੇ ਸੂਰਜ। ਚੰਦਰਮਾ ਵਿੱਚ ਸੂਰਜ ਸਮਾਇਆ ਹੋਇਆ ਹੈ, ਉਦੋਂ ਗੋਲ-ਮੋਲ ਅਰਥ ਕਰਦੇ ਸਨ। ਜਦੋਂ ਸਾਇੰਟਿਸਟਾਂ ਨੇ ਇਹ ਸਾਨੂੰ ਦੱਸਿਆ ਕਿ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ, ਉਹ ਤੇ ਸਿਰਫ ਧਰਤੀ ਵਾਂਗੂ ਇੱਕ ਜ਼ਮੀਨ ਹੈ। ਜਦੋਂ ਧਰਤੀ ਤੇ ਰਾਤ ਹੁੰਦੀ, ਹਨੇਰਾ ਹੁੰਦਾ ਹੈ ਤੇ ਦੂਰ ਚੰਦਰਮਾ ਦੀ ਜ਼ਮੀਨ ਦੇ ਉੱਪਰ ਸੂਰਜ ਦੀ ਧੁੱਪ ਪੈ ਰਹੀ ਹੁੰਦੀ ਹੈ ਤੇ ਉਹ ਧੁੱਪ ਇੰਨੀ ਚਮਕਦੀ ਹੈ ਕਿ ਸਾਨੂੰ ਚੰਦਰਮਾ ਏਦਾਂ ਲੱਗਦਾ ਜਿਵੇਂ ਚਮਕ ਰਿਹਾ, ਜਿਵੇਂ ਚੰਦਰਮਾ ਦੀ ਰੋਸ਼ਨੀ ਹੈ। ਜੇ ਸੂਰਜ ਦੀ ਧੁੱਪ ਚੰਦਰਮਾ ਦੀ ਜ਼ਮੀਨ ਤੇ ਨਾ ਪਵੇ ਤੇ ਚੰਦਰਮਾ ਦਿਸੇਗਾ ਨਹੀਂ ਕਦੀ। ਪੂਰਨਮਾਸ਼ੀ ਨੂੰ ਕਿਉਂਕਿ ਚੰਦਰਮਾ ਬਿਲਕੁਲ ਸਾਹਮਣੇ ਹੁੰਦਾ ਹੈ, ਸੂਰਜ ਦੀ ਧੁੱਪ ਸਿੱਧੀ ਉੱਪਰ ਪੈਂਦੀ ਹੈ, ਸਾਨੂੰ ਪੂਰਾ ਗੋਲ ਚੰਦਰਮਾ ਨਜ਼ਰ ਆਉਂਦਾ ਹੈ। ਸੱਸ ਘਰ ਸੂਰ ਸਮਾਇਂਦਾ ਕਿ ਚੰਦਰਮਾ ਵਿੱਚ ਸੂਰਜ ਸਮਾਇਆ ਹੋਇਆ ਹੈ। ਜੇ ਸੂਰਜ ਨਾ ਹੋਵੇ ਤੇ ਚੰਦਰਮਾ ਦੀ ਕੋਈ ਹੋਂਦ ਹੀ ਨਹੀਂ, ਸਾਨੂੰ ਚੰਦਰਮਾ ਦਿਸੇਗਾ ਹੀ ਨਹੀਂ। ਪਰ ਇੱਥੇ ਹੀ ਇਹਦੇ ਅਰਥ ਮੁੱਕ ਨਹੀਂ ਜਾਂਦੇ। ਰੱਬ ਨੂੰ ਸਿੱਧਾ ਨਹੀਂ ਦੇਖਿਆ ਜਾ ਸਕਦਾ, ਸਿੱਧਾ ਨਹੀਂ ਮਿਲਿਆ ਜਾ ਸਕਦਾ। ਅਸੀਂ ਡਾਇਰੈਕਟ ਰੱਬ ਨੂੰ ਨਹੀਂ ਮਿਲ ਸਕਦੇ। ਪ੍ਰਭੂ ਹੈ ਸੂਰਜ, ਸੂਰਜ ਨੂੰ ਸਿੱਧਾ ਦੇਖਾਂਗੇ ਅੱਖਾਂ ਚੋਂ ਆ ਜਾਣਗੀਆਂ, ਕੌਰਨੀਆਂ ਸੜ ਸਕਦੇ, ਅਸੀਂ ਅੰਨੇ ਹੋ ਸਕਦੇ ਹਾਂ। ਪਰ ਚੰਦਰਮਾ ਵੱਲ ਸਿੱਧਾ ਦੇਖਿਆ ਜਾ ਸਕਦਾ, ਚੰਦਰਮਾ ਵੱਲ ਦੇਖਿਆ ਠੰਡ ਮਿਲਦੀ ਹੈ। ਪ੍ਰਭੂ ਹੈ ਸੂਰਜ, ਪ੍ਰਭੂ ਤੱਕ ਸਿੱਧਾ ਨਹੀਂ ਪਹੁੰਚ ਸਕਦੇ, ਹਾਂ ਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ। ਗੁਰੂ ਹੈ ਚੰਦਰਮਾ, ਗੁਰੂ ਚੰਦਰਮਾ ਵਿੱਚ ਪ੍ਰਭੂ ਸੂਰਜ ਹੀ ਸਮਾਇਆ ਹੋਇਆ ਹੈ। ਰੱਬ ਗੁਰੂ ਤੋਂ ਵੱਖ ਨਹੀਂ ਹੈ। ਗੁਰੂ ਦੇ ਅੰਦਰ ਰੱਬ ਸੂਰਜ ਹੀ ਚਮਕਦਾ ਹੈ। ਗੁਰੂ ਦੇ ਰਾਹੀਂ ਹੀ ਰੱਬ ਦੇ ਦਰਸ਼ਨ ਹੋ ਸਕਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖੇ ਹੋਣ, ਪ੍ਰਭੂ ਨੇ ਆਪਣੇ ਆਪ ਨੂੰ ਗੁਰੂ ਚ ਰੱਖਿਆ ਹੋਇਆ ਹੈ। ਗੁਰੂ ਦੇ ਵਿੱਚ ਰਾਹੀਂ ਹੀ ਪ੍ਰਭੂ ਸੂਰਜ ਦੇ ਦਰਸ਼ਨ ਹੋ ਸਕਦੇ ਨੇ। ਤੇ ਇਸ ਕਰਕੇ ਚੰਦਰਮਾ ਠੰਡ ਦਿੰਦੀ ਹੈ। ਜਿਵੇਂ ਜਿਵੇਂ ਗੁਰੂ ਦੇ ਨੇੜੇ ਪਹੁੰਚਦੇ ਹਾਂ ਸਾਡਾ ਅੰਦਰ ਠੰਡਾ ਹੁੰਦਾ ਚਲਾ ਜਾਂਦਾ ਹੈ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰੂ ਦਰਸ਼ਨ ਦੇਖ ਨਿਹਾਲੀ। ਜਿਵੇਂ ਜਿਵੇਂ ਗੁਰੂ ਵੱਲ ਜਾਈਦਾ ਅੰਦਰ ਠੰਡਾ ਹੁੰਦਾ ਜਾਂਦਾ, ਛਾਤੀ ਸ਼ੀਤਲ ਹੁੰਦੀ ਜਾਂਦੀ ਹੈ, ਸ਼ਾਂਤੀ ਮਿਲਦੀ ਜਾਂਦੀ ਹੈ। ਹੁਣ ਪੂਰਾ ਚੰਦ ਉਹ ਗੁਰੂ ਜਿਹੜਾ ਹੈ ਉਹਦੇ ਜੀਵਨ ਚ ਪ੍ਰਗਟ ਹੁੰਦਾ ਹੈ। ਗੁਰੂ ਦਾ ਗਿਆਨ ਦਾ ਪ੍ਰਕਾਸ਼ ਉਹਦੇ ਅੰਦਰ ਆ ਜਾਂਦਾ ਹੈ। ਮਾਨੋ ਜਿਵੇਂ ਪੂਰਾ ਚੰਦਰਮਾ ਕੰਪਲੀਟ ਹੈ, ਉਸ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਸਾਰੀਆਂ ਕਲਾਵਾਂ ਆ ਜਾਂਦੀਆਂ ਨੇ, ਸਾਰੇ ਸ਼ੁਭ ਗੁਣ ਆ ਜਾਂਦੇ ਨੇ। ਪੁੰਨਿਓ ਪੂਰਾ ਚੰਦ ਆਕਾਸ਼, ਪੁੰਨਿਆਂ ਦੀ ਰਾਤ ਆਕਾਸ਼ ਵਿੱਚ ਚੰਦਰਮਾ ਪੂਰਾ ਨਜ਼ਰ ਆਉਂਦਾ ਹੈ। ਉਹ ਕੀ ਕਰਦਾ ਹੈ? ਪਸਰੇ ਕਲਾ ਸਹਿਜ ਪ੍ਰਗਾਸ, ਉਹਦੀਆਂ ਕਲਾਵਾਂ ਵੱਧਦੀਆਂ ਚਲੀਆਂ ਜਾਂਦੀਆਂ ਨੇ। ਚੰਦਰਮਾ ਦੀਆਂ ਕਿਰਨਾਂ ਪ੍ਰਕਾਸ਼ ਪੈਦਾ ਕਰ ਦਿੰਦੀਆਂ ਨੇ। ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਰੱਬੀ ਗੁਣ ਪੈਦਾ ਹੋ ਜਾਂਦੇ ਨੇ, ਉਹਦੇ ਅੰਦਰ ਵੀ ਗੁਣਾਂ ਦੀਆਂ ਕਲਾਵਾਂ ਪ੍ਰਗਟ ਹੋ ਜਾਂਦੀਆਂ ਨੇ। ਸੁਭਾਵਕ ਉਹਦੇ ਜੀਵਨ 'ਚ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਗੁਰੂ ਗਿਆਨ ਸਦਕਾ ਉਹ ਵੀ ਪ੍ਰਕਾਸ਼ ਨਾਲ ਭਰ ਜਾਂਦਾ ਹੈ। ਉਹ ਵੀ ਫਿਰ ਉਸ ਚੰਦਰਮਾ ਦਾ ਰੂਪ ਹੋ ਜਾਂਦਾ ਹੈ ਜਿਹਦੇ ਅੰਦਰ ਸੂਰਜ ਹੈ। ਪ੍ਰਭੂ ਉਹਦੇ ਅੰਦਰ ਜਦੋਂ ਪ੍ਰਗਟ ਹੁੰਦਾ ਹੈ, ਉਹ ਜੀਵ ਚੰਦਰਮਾ ਦੀ ਤਰ੍ਹਾਂ ਸ਼ਾਂਤ, ਸ਼ੀਤਲ, ਠੰਡਾ ਤੇ ਪ੍ਰਕਾਸ਼ਮਾਨ ਹੋ ਜਾਂਦਾ ਹੈ।
आद अंत मद होया रहा थीर, आद अंत मद होए रहा थीर। आद मैंने शुरू तो, अंत मैंने अखीर विच, मद मैंने विचकारले समय, भाव हमेशा लई, सदा ही। ਜਦੋਂ ਤੋਂ ਪ੍ਰਭੂ ਨੇ ਸ੍ਰਿਸ਼ਟੀ ਬਣਾਈ, ਪ੍ਰਭੂ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੁਣ ਵੀ ਤੇ ਅਖੀਰਲੇ ਸਮੇਂ ਤੱਕ ਉਹੀ ਮੌਜੂਦ ਹੈ, ਹੋਏ ਰਿਹਾ ਥੀਰ। ਉਹ ਪ੍ਰਭੂ ਥਿਰ ਕਾਇਮ ਹੋ ਕੇ ਬੈਠਾ ਹੈ, ਥਿਰ ਹੈ। ਸ੍ਰਿਸ਼ਟੀ ਬਣਦੀ ਹੈ, ਨਾਸ਼ ਹੋ ਜਾਂਦੀ ਹੈ, ਸ੍ਰਿਸ਼ਟੀ ਦਾ ਆਦ ਹੁੰਦਾ ਹੈ, ਮੱਧ ਹੁੰਦਾ ਹੈ, ਅੰਤ ਹੋ ਜਾਂਦਾ ਹੈ, ਪਰ ਪ੍ਰਭੂ ਫਿਰ ਵੀ ਥਿਰ ਹੈ, ਸਦੀਵ ਹੈ। ਸੁਖ ਸਾਗਰ ਮੈਂ ਰਮੈ ਕਬੀਰ, ਕਬੀਰ ਇੱਥੇ ਸੰਬੋਧਨ ਹੈ, ਇਹ ਕਬੀਰ ਸੁਖ ਸਾਗਰ ਮੈਂ ਰਮੈ, ਰਮੈ ਮੈਨੇ ਸਿਮਰੇ। ਜਿਤ ਸੁੱਖਾਂ ਦੇ ਸਾਗਰ ਵਿੱਚ ਤੂੰ ਜੁੜ ਕੇ ਰੱਬ ਨੂੰ ਸਿਮਰ ਲਵੇਂ, ਸੁੱਖਾਂ ਦੇ ਸਾਗਰ ਪ੍ਰਭੂ ਨਾਲ ਤੂੰ ਸਾਂਝ ਪਾ ਲਵੇਂ, ਤੇਰੇ ਜੀਵਨ ਦੇ ਵਿੱਚ ਵੀ ਉਹ ਥਿਰਤਾ ਪੈਦਾ ਹੋ ਜਾਏਗੀ, ਤੇਰੇ ਅੰਦਰ ਵੀ ਉਹ ਪ੍ਰਕਾਸ਼ ਪੈਦਾ ਹੋ ਜਾਏਗਾ, ਕਿਉਂਕਿ ਪ੍ਰਭੂ ਸੁੱਖਾਂ ਦਾ ਸਾਗਰ ਹੈ। ਸਾਗਰ ਕੀ ਕਰਦਾ ਹੈ? ਚਿੱਕੜ ਨਾਲ ਭਰੇ ਹੋਏ ਦਰਿਆ ਦੀ ਗੰਦਗੀ ਨੂੰ ਆਪਣੇ ਚ ਸਮੇਟ ਲੈਂਦਾ ਹੈ ਤੇ ਦਰਿਆ ਨੂੰ ਆਪਣਾ ਰੂਪ ਕਰ ਦਿੰਦਾ ਹੈ। ਜੇਕਰ ਐਸੇ ਸੁੱਖ ਸਾਗਰ ਨੂੰ ਤੂੰ ਸਿਮਰੇ, ਉਹ ਪ੍ਰਭੂ ਤੇਰੇ ਔਗੁਣਾਂ ਨੂੰ ਖਤਮ ਕਰਕੇ ਤੈਨੂੰ ਆਪਣਾ ਰੂਪ ਕਰ ਦੇਗਾ। ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮੈ ਕਬੀਰ। ਤੇ ਕਬੀਰ ਉਹ ਜੀਵ ਵੀ ਜਿਹੜਾ ਹੈ ਫਿਰ ਸਹਿਜ ਦੀ ਅਵਸਥਾ ਦੇ ਵਿੱਚ ਜਿਉਂਦਾ ਹੈ, ਉਹਦੇ ਅੰਦਰ ਵੀ ਸਹਿਜ ਦਾ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਇੱਥੇ ਥਿੱਤੀ ਬਾਣੀ ਦੀ ਸੰਪੂਰਨਤਾ ਹੈ। ਇਸ ਤੋਂ ਅੱਗੇ ਜਿਹੜੇ 7 ਵਾਰ ਨੇ, ਐਤ ਸੋ ਮੰਗਲ ਬੁੱਧ ਵੀਰ, ਇਹ 7 ਵਾਰਾਂ ਦੇ ਉੱਪਰ ਭਗਤ ਕਬੀਰ ਜੀ ਦੀ ਬਾਣੀ ਅਗਲੇ ਹਫਤੇ ਤੋਂ ਆਰੰਭ ਹੋ ਜਾਏਗੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਪੀ ਸਿੰਘ ਦੀ ਰਿਕਾਰਡਿੰਗ ਬੰਦ ਕਰ ਦੇਣੀ।